सतनाम श्री वाहिगुरु जी। डंडौत बंदन अनकबार, सर्व कला समरथ दोलन ते रखो प्रभु, नानक दे कर हथ। तू मेरो मेर पर्बत स्वामी, ओट गही मैं तेरी। ना तुम डोलो हो ना हम गिरते, रख लीनी हर मेरी। अब तब जब कब तू ही, हम तो प्रसाद सुखी सद ही। सतनाम श्री वाहिगुरु जी। गौड़ी महला तीजा। कामण हर रस बेदी जियो, हर कै सहज सुभाए। मन मोहन मोह लिया जियो, दुविधा सहज समाए। कामण हर रस बेदी जियो। वाहिगुरु जी का खालसा, वाहिगुरु जी की फतेह। गरीब नवाज पतित पावन भगत वशल किरपा निधान सतगुरु अकाल पुरख भगवान दे सरगुण स्वरूप साहिब श्री गुरु नानक देव जी महाराज हजूर दे दसां ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਜੋ ਸਤਿਗੁਰੂ ਜੀ ਦੀ ਕਿਰਪਾਲਤਾ ਦਾ ਸਦਕਾ ਹਜ਼ੂਰ ਦੀ ਸ਼੍ਰੀ ਮੁੱਖ ਵਾਕ ਪਾਵਨ ਪਵਿੱਤਰ ਅੰਮ੍ਰਿਤਮਈ ਤੁਰਕੀ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੋਈ ਹੈ। ਸਤਿਗੁਰਾਂ ਦੀ ਕਿਰਪਾ ਨਾਲ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 245 ਉੱਪਰ ਪਹੁੰਚੀ ਹੋਈ ਹੈ। ਗੌੜੀ ਰਾਗ ਵਿੱਚ ਸਤਿਗੁਰਾਂ ਦੇ ਉਚਾਰਨ ਕੀਤੇ ਜੋ ਸ਼ੰਤ ਹਨ, ਇਹਨਾਂ ਦੀ ਵਿਚਾਰ ਹੋ ਰਹੀ ਹੈ। ਸਤਿਗੁਰਾਂ ਦੀ ਕਿਰਪਾ ਨਾਲ ਅੱਗੋਂ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਗੌੜੀ ਮਹੱਲਾ ਤੀਜਾ। ਗੌੜੀ ਰਾਗਣੀ ਅੰਦਰ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾਉਂਦੇ ਨੇ। ਕਾਮਣ ਹਰ ਰਸ ਬੇਦੀ ਜੀਓ। ਕਾਮਣ ਦਾ ਅਰਥ ਹੈ ਇਸਤਰੀ। ਇਸਤਰੀ ਤੋਂ ਭਾਵ ਹੈ ਕਿ ਭਗਤ ਦੀ ਜਿੰਦ, ਜੀਵ ਆਤਮਾ। ਸੋ ਇਸ ਪ੍ਰਕਾਰ ਭਗਤ ਜੋ ਹਨ ਆਪਣੇ ਆਪ ਨੂੰ ਇਸਤਰੀ ਦੀ ਨਿਆਈ ਕਹਿੰਦੇ ਹਨ, ਸਮਝਦੇ ਨੇ, ਅਤੇ ਪਰਮਾਤਮਾ ਪਤੀ ਰੂਪ ਹੈ। ਸਤਿਗੁਰਾਂ ਨੇ ਇਉਂ ਅਲੰਕਾਰਾਂ ਵਿੱਚ ਬਾਣੀ ਉਚਾਰਨ ਕੀਤੀ ਹੈ। ਜੀਵ ਰੂਪ ਇਸਤਰੀ ਜਾਂ ਮਹਾਤਮਾ ਜਿਹੜੀ ਸਖੀ ਹੈ, ਇੱਥੇ ਉੱਚਾ ਅਧਿਕਾਰੀ ਜਿਹੜਾ ਨਾ, ਉੱਤਮ ਅਧਿਕਾਰੀ। ਸੋ ਭਾਵ ਕਿ ਜਿਹੜਾ ਵਾਹਿਗੁਰੂ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ, ਉਸ ਦੀ ਜੀਵ ਆਤਮਾ ਰੂਪ ਇਸਤਰੀ। ਹਰ ਰਸ ਬੇਦੀ ਜੀਵ। ਹਰੀ ਅਕਾਲ ਪੁਰਖ ਪਰਮਾਤਮਾ ਦੇ ਰਸ ਕਹੀਏ ਪ੍ਰੇਮ ਨੂੰ। ਹਰੀ ਦੇ ਪ੍ਰੇਮ ਰੰਗ ਵਿੱਚ ਬੇਦੀ ਮੈਨੇ ਵਿਧੀ ਹੋਈ, ਵਿਜੀ ਹੋਈ, ਵਿੰਨੀ ਹੋਈ ਹੈ ਉਸ ਦੀ ਬਿਰਤੀ। ਮਤਲਬ ਹਰ ਕੈ ਸਹਿਜ ਸੁਭਾਏ। ਹਰੀ ਪਰਮਾਤਮਾ ਦੇ ਪ੍ਰੇਮ ਰਸ ਵਿੱਚ ਜੀਵ ਰੂਪ ਇਸਤਰੀ ਜੋ ਵਿੰਨੀ ਹੋਈ ਹੈ, ਵਿਝ ਚੁੱਕੀ ਹੈ, ਜਿਸ ਦਾ ਹਿਰਦਾ ਰਾਮ ਭਗਤ ਅਣਿਆਲੇ ਤੀਰ, ਅਣੀਆਂ ਵਾਲੇ ਤੀਰ ਵਾਹਿਗੁਰੂ ਦੀ ਭਗਤੀ ਦੇ ਜਿਹਦੇ ਹਿਰਦੇ 'ਚ ਵੱਜ ਚੁੱਕੇ ਹਨ। ਹਰ ਕੈ ਸਹਿਜ ਸੁਭਾਏ। ਹਰੀ ਪਰਮਾਤਮਾ ਦੇ ਸਹਿਜ ਗਿਆਨ ਵਿੱਚ ਅਤੇ ਸੁਭਾਏ ਸ੍ਰੇਸ਼ਟ ਪ੍ਰੇਮ ਵਿੱਚ ਹੀ ਜੀਵਨ ਗੁਜ਼ਾਰਦੀ ਹੈ। ਉਹ ਭਾਵ ਜਿਹੜੇ ਸੰਤ ਨੇ ਉਹ ਹਰੀ ਦੇ ਪ੍ਰੇਮ ਰਸ ਵਿੱਚ, ਪ੍ਰੇਮ ਰੰਗ ਵਿੱਚ ਉਹਨਾਂ ਦਾ ਹਿਰਦਾ ਵਿੰਨਿਆ ਹੋਇਆ ਹੁੰਦਾ, ਅਤੇ ਹਰੀ ਦੇ ਅਕਾਲ ਪੁਰਖ ਦੇ ਗਿਆਨ ਵਿੱਚ ਹੀ ਉਹ ਸਮਾਏ ਰਹਿੰਦੇ ਨੇ। ਹਰੀ ਦੇ ਸ੍ਰੇਸ਼ਟ ਪ੍ਰੇਮ ਵਿੱਚ ਹੀ ਸਮਾਏ ਰਹਿੰਦੇ ਨੇ। ਕਿਉਂਕਿ ਮਨ ਮੋਹਨ ਮੋਹ ਲੀਆ ਜੀਓ, ਦੁਵਿਧਾ ਸਹਿਜ ਸਮਾਏ। ਉਸ ਮਹਾਤਮਾ ਰੂਪ ਸਖੀ ਇਸਤਰੀ ਦਾ ਜਿਹੜਾ ਮਨ ਹੈ, ਮੋਹਨ ਪਰਮਾਤਮਾ, ਭਗਤਾਂ ਦੇ ਮਨਾਂ 'ਚੋਂ ਮੋਹ ਨੂੰ ਹਨ ਨਾਸ ਕਰਨ ਵਾਲਾ, ਭਗਤਾਂ ਦੇ ਮਨਾਂ ਨੂੰ ਆਪਣੇ ਸਰੂਪ 'ਤੇ ਮੋਹਤ ਕਰ ਲੈਣ ਵਾਲਾ, ਮਨ ਨੂੰ ਬੜਾ ਚੰਗਾ ਲੱਗਣ ਵਾਲਾ ਜਿਹੜਾ ਮੋਹਨ ਪਰਮੇਸ਼ਵਰ ਹੈ। ਜਦੋਂ ਉਸ ਦਾ ਉਹਨਾਂ ਨੂੰ ਗਿਆਨ ਹੋਇਆ ਵੀ ਸਤ ਚੇਤਨ ਆਨੰਦ ਸਰੂਪ ਤੱਕ ਉਹਨਾਂ ਦੀ ਪਹੁੰਚ ਹੋ ਗਈ, ਅਤੇ ਉਸ ਪਰਮਾਤਮਾ ਨੇ ਉਹਨਾਂ ਦਾ ਮਨ ਹੀ ਮੋਹ ਲਿਆ ਹੋਇਆ ਹੈ, ਆਪਣੇ ਰੰਗ ਵਿੱਚ ਰੰਗ ਲਿਆ ਹੈ। ਫਿਰ ਸੰਸਾਰ ਦਾ ਰੰਗ ਨਹੀਂ ਚੰਗਾ ਲੱਗ ਸਕਦਾ,
ਆਤਮ ਆਨੰਦ ਦਾ ਹੁਲਾਰਾ ਬਹੁਤ ਉੱਚਾ ਹੈ। ਜਦੋਂ ਉਸ ਅਵਸਥਾ 'ਚ ਕੋਈ ਪਹੁੰਚ ਜਾਏ ਫਿਰ ਉਹ ਸੰਸਾਰ ਦੇ ਰੰਗਾਂ 'ਚ ਨਹੀਂ ਰਹਿੰਦਾ। ਰੰਗ ਤਮਾਸ਼ੇ, ਖਾਣਾ ਪੀਣਾ, ਭੋਗ ਪਦਾਰਥ, ਕੋਈ ਰਸ ਉਸ ਨੂੰ ਨਹੀਂ ਰਹਿ ਜਾਂਦਾ। ਫਿਰ ਹਜ਼ੂਰ ਕਹਿੰਦੇ ਨੇ ਜਿਹਦਾ ਮਨ ਮੋਹਨ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਮੋਹਿਤ ਕਰ ਲਿਆ ਹੋਇਆ, ਦੁਬਿਧਾ ਸਹਿਜ ਸਮਾਏ। ਜਿਹੜੀ ਪਹਿਲਾਂ ਦੁਬਿਧਾ ਸੀ, ਮੇਰ ਤੇਰ ਸੀ, ਜੋ ਦੁਚਿੱਤਾਪਣ ਸੀ ਮਨ ਦੇ ਅੰਦਰ, ਉਹ ਹੁਣ ਦੁਬਿਧਾ ਸਹਿਜ ਗਿਆਨ ਕਰਕੇ ਸਮਾਏ, ਸਮਾਪਤ ਹੋ ਗਈ ਹੈ, ਲੈ ਹੋ ਗਈ ਹੈ। ਸਹਿਜ ਵਿੱਚ ਗਿਆਨ ਵਿੱਚ ਪਹੁੰਚਣ ਕਰਕੇ ਮਨ ਨੂੰ ਗਿਆਨ ਦੇ ਵਿੱਚ ਹੀ ਦੁਬਿਧਾ ਮੇਰ ਤੇਰ ਲੈ ਹੋ ਗਈ ਹੈ, ਸਮਾ ਗਈ ਹੈ, ਖਤਮ ਹੋ ਗਈ ਹੈ। ਉੱਥੇ ਦੁਬਿਧਾ ਨਹੀਂ ਰਹੀ, ਉੱਥੇ ਗਿਆਨ ਹੈ। ਅਤੇ ਗਿਆਨ ਅਵਸਥਾ ਵਿੱਚ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਦਿਖਾਈ ਦਿੰਦੀ ਹੈ। ਉੱਥੇ ਮੇਰ ਤੇਰ ਨਹੀਂ ਹੈ, ਆਪਣਾ ਬਗਾਨਾ ਨਹੀਂ ਹੈ, ਬੁਰਾ ਭਲਾ ਨਹੀਂ ਹੈ, ਉੱਥੇ ਮਿੱਤਰ ਦੁਸ਼ਮਣ ਨਹੀਂ ਹੈ, ਉੱਥੇ ਮੇਰ ਤੇਰ ਨਹੀਂ। ਦੁਬਿਧਾ ਸਹਿਜ ਸਮਾਏ। ਜਦੋਂ ਦੁਬਿਧਾ ਮੇਰ ਤੇਰ ਸਹਿਜ ਗਿਆਨ ਵਿੱਚ ਸਮਾ ਜਾਂਦੀ ਹੈ, ਕਾਮਣ ਵਰ ਪਾਏ। ਕਾਮਣ ਉਸ ਮਹਾਤਮਾ ਰੂਪ ਇਸਤਰੀ ਨੇ ਵਰ ਰੂਪ ਪਰਮਾਤਮਾ ਅਕਾਲ ਪੁਰਖ ਰੂਪੀ ਵਰ ਨੂੰ, ਪਤੀ ਨੂੰ ਪਾ ਲਿਆ ਹੈ। ਗੁਰਮਤੀ ਰੰਗ ਲਾਏ, ਕਿਉਂਕਿ ਗੁਰੂ ਦੀ ਮੱਤ ਸਿੱਖਿਆ ਉਹਨੇ ਧਾਰਨ ਕੀਤੀ ਹੈ। ਅਤੇ ਇਸ ਦੁਆਰਾ ਹੀ ਗੁਰੂ ਦੀ ਮੱਤ ਸਿੱਖਿਆ, ਗੁਰਾਂ ਦੇ ਉਪਦੇਸ਼ ਦੁਆਰਾ ਹੀ ਉਹ ਆਪਣੇ ਮਨ ਦਾ ਜੋ ਰੰਗ ਹੈ, ਰੰਗ ਪ੍ਰੇਮ ਹੈ, ਉਹ ਵਾਹਿਗੁਰੂ ਨਾਲ ਹੀ ਲਾ ਕੇ ਰਹਿੰਦਾ ਹੈ। ਇਹੋ ਸਰੀਰ ਕੂੜ ਕੁਸੱਤ ਭਰਿਆ, ਗਲਤਾਈ ਪਾਪ ਕਮਾਏ। ਇਹ ਸੰਪਰਦਾਈ ਪਾਠ ਅਤੇ ਅਰਥ ਇਉਂ ਆ ਵੀ ਇਹ ਜਿਹੜਾ ਸਰੀਰ ਹੈ ਸਾਡਾ, ਕੂੜ ਝੂਠ ਨਾਲ ਅਤੇ ਕੁਸੱਤ ਝੂਠੇ ਪਦਾਰਥਾਂ ਦੇ ਮੋਹ ਕਰਕੇ ਭਰਿਆ ਹੋਇਆ। ਗਲਤਾਈ ਮਤਲਬ ਗਲਤਾਨ ਹੋ ਕੇ ਪਾਪ ਕਮਾਉਂਦਾ ਹੈ। ਔਰ ਦੂਸਰਾ ਅਰਥ ਜੋ ਵਿਦਵਾਨਾਂ ਕੀਤਾ ਵੀ ਇਹ ਜਿਹੜਾ ਸਰੀਰ ਹੈ ਸਾਡਾ, ਇਹ ਕੂੜ ਝੂਠ ਅਤੇ ਝੂਠੇ ਪਦਾਰਥਾਂ ਦੇ ਮੋਹ ਨਾਲ ਗਲ ਗਲ ਤੱਕ ਭਰਿਆ ਹੋਇਆ। ਗਲ ਤਾਈ, ਉਹ ਗਲ ਅਤੇ ਤਾਈ ਵੱਖਰਾ ਪਾਠ ਕਰਕੇ ਅਰਥ ਕਰਦੇ ਨੇ। ਜਿਹੜਾ ਜਦੋਂ ਸਰੀਰ ਢਿੱਡ ਸਾਡਾ ਗਲ ਤੱਕ ਭਰ ਜਾਏ ਅਤੇ ਇੱਕ ਬੁਰਕੀ ਵੀ ਅੰਦਰ ਨਹੀਂ ਜਾ ਸਕਦੀ, ਇੰਝ ਕਹੀਦਾ ਵੀ ਹੁਣ ਤਾਂ ਬਾਈ ਗਲ ਤੱਕ ਭਰ ਗਏ। ਢਿੱਡ ਜਿਹੜਾ ਪੇਟ ਆ ਗਲ ਤੱਕ ਭਰ ਗਿਆ, ਇੰਨਾ ਖਾ ਲਿਆ, ਇੰਨਾ ਛਕ ਲਿਆ ਭੋਜਨ। ਤਾਂ ਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਸਾਡਾ ਸਰੀਰ ਹੈ, ਤਨ ਇੰਦਰੇ ਮਾਤਰ ਹੈ, ਸਾਰੇ ਇਹ ਝੂਠ ਕੂੜ ਨਾਲ ਭਰੇ ਹੋਏ ਨੇ ਅਤੇ ਗਲ ਤਾਂ ਹੀ ਭਰੇ ਹੋਏ ਨੇ। ਅਤੇ ਇਸ ਪ੍ਰਕਾਰ ਤਾਂ ਹੀ ਇਹ ਫਿਰ ਸਰੀਰ ਇੰਦਰੇ ਮਨ ਸਾਰੇ ਪਾਪ ਕਰਨ ਵਿੱਚ ਲੱਗੇ ਹੋਏ ਨੇ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਗੁਰਮੁਖ ਗੁਰਾਂ ਦੇ ਅਨੁਸਾਰੀ, ਗੁਰੂ ਦੇ ਆਖੇ ਲੱਗ ਕੇ ਚੱਲਣ ਵਾਲੇ, ਗੁਰੂ ਦੇ ਹੁਕਮ ਵਿੱਚ ਚੱਲਣ ਵਾਲੇ, ਗੁਰੂ ਦੇ ਸਨਮੁਖ ਹੋ ਕੇ ਚੱਲਣ ਨਾਲ ਜਿਹੜੀ ਭਗਤੀ ਹੈ ਨਾ ਉਹ ਹੁੰਦੀ ਹੈ। ਗੁਰੂ ਦੇ ਸਨਮੁਖ ਹੋ ਕੇ ਕੀਤੀ ਹੋਈ ਭਗਤੀ ਹੈ। ਜਿਤ ਸਹਿਜ ਧੁਨ ਉਪਜੇ, ਜਿਸ ਭਗਤੀ ਕਰਕੇ ਸਹਿਜ ਗਿਆਨ ਦੀ ਧੁਨ, ਰੌ, ਆਤਮਿਕ ਅਡੋਲਤਾ ਵਾਲੀ ਰੌ ਅੰਦਰ ਪੈਦਾ ਹੁੰਦੀ ਹੈ। ਮੰਨੋ ਕਿ ਸਿਮਰਨ ਦੀ ਧੁਨ ਰੌ ਹੁੰਦੀ ਹੈ, ਲਗਾਤਾਰਤਾ ਕਿਸੇ ਚੀਜ਼ ਦੀ। ਸੋ ਇਸ ਪ੍ਰਕਾਰ ਸਹਿਜ ਮਾਨਸਿਕ ਅਡੋਲਤਾ ਵਾਲੀ ਲਗਾਤਾਰੀ ਰੌ ਅੰਦਰ ਪੈਦਾ ਹੁੰਦੀ ਹੈ, ਬਿਨ ਭਗਤੀ ਮੈਲ ਨਾ ਜਾਏ। ਅਤੇ ਉੱਥੇ ਹੀ ਜਾ ਕੇ ਸਹਿਜ ਉਪਜਦਾ ਹੈ ਅਤੇ ਫਿਰ ਮੈਲ ਨਹੀਂ ਰਹਿ ਜਾਂਦੀ। ਕਿਉਂਕਿ ਹਜ਼ੂਰ ਨੇ ਕਿਹਾ ਹੈ, ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਮੈਲ ਹੈ ਅਤੇ ਸਹਿਮ ਹੈ ਅੰਦਰ। ਜਦੋਂ ਮੈਲਾਂ ਹੀ ਸਾਰੀਆਂ ਸਮਾਪਤ ਹੋ ਜਾਣ ਅਤੇ ਉਦੋਂ ਹੀ ਹੁੰਦੀਆਂ ਨੇ ਜਦੋਂ ਸਹਿਜ ਉਪਜਦਾ ਹੈ। ਫਿਰ ਮੈਲਾਂ ਸਮਾਪਤ ਅਤੇ ਫਿਰ ਸਹਿਮ ਵੀ ਕੋਈ ਨਹੀਂ, ਤੌਖਲਾ ਕੋਈ ਨਹੀਂ। ਸੋ ਇਸ ਪ੍ਰਕਾਰ ਗੁਰੂ ਦੀ ਬਖਸ਼ਿਸ਼ ਨਾਲ ਗੁਰਾਂ ਦੇ ਸਨਮੁਖ ਹੋ ਕੇ ਭਗਤੀ ਕੀਤੀ ਜਾਏ, ਜਿਸ ਦੁਆਰਾ ਅੰਦਰ ਸਹਿਜ ਧੁਨ। ਅਸਲ ਵਿੱਚ ਤਾਂ ਜਿਹੜਾ ਕੋਈ ਮਾਣਦਾ ਹੈ ਉਹਨੂੰ ਹੀ ਪਤਾ ਵੀ ਇਹ ਸਹਿਜ ਧੁਨ ਕਿੰਨੀ ਕੁ ਮਹਾਨ ਹੁੰਦੀ ਹੈ। ਸੋ ਇਸ ਪ੍ਰਕਾਰ ਇਹ ਬਹੁਤ ਬੰਦਗੀ ਕਰਕੇ ਕਿਸੇ ਦੇ ਅੰਦਰ ਪ੍ਰਗਟ ਹੁੰਦੀ ਹੈ ਇਹ ਧੁਨ, ਲਗਾਤਾਰੀ ਗਿਆਨ ਦੀ ਰੌ, ਬਿਨ ਭਗਤੀ ਮੈਲ ਨਾ ਜਾਏ। ਹਜ਼ੂਰ ਕਹਿੰਦੇ ਨੇ ਕਿ ਭਗਤੀ ਤੋਂ ਬਗੈਰ ਮਨ ਦੀ ਮੈਲ ਵੀ ਨਹੀਂ ਜਾ ਸਕਦੀ, ਅਤੇ ਭਗਤੀ ਉਹ ਜਿਹੜੀ ਗੁਰਾਂ ਦੇ ਸਨਮੁਖ ਹੋ ਕੇ ਕੀਤੀ ਹੈ। ਨਾਨਕ ਕਾਮਣ ਪਿਰਹਿ ਪਿਆਰੀ, ਵਿੱਚੋਂ ਆਪ ਗਵਾਏ। ਹਜ਼ੂਰ ਫਰਮਾਉਂਦੇ ਨੇ ਗੁਰੂ ਅਮਰਦਾਸ ਕਿ ਉਹ ਕਾਮਣ ਇਸਤਰੀ ਪਿਰਹਿ, ਫਿਰ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਕਿਹੜੀ? ਵਿੱਚੋਂ ਆਪ ਗਵਾਏ, ਜੋ ਗੁਰਾਂ ਦੇ ਉਪਦੇਸ਼ ਰਾਹੀਂ ਆਪਣੇ ਹਿਰਦੇ ਦੇ ਅੰਦਰੋਂ ਆਪਾ ਗਵਾ ਲੈਂਦੀ ਹੈ। ਆਪਣਾ ਆਪ ਹੰਕਾਰ, ਮੈਂ ਵੀ ਕੁਛ ਹਾਂ, ਆਪਾ ਭਾਵ,
ਇਹ ਜੋ ਗਵਾ ਲੈਂਦੀ ਹੈ ਉਹ ਕਾਮਣ ਪਿਰ ਪਤੀ ਨੂੰ, ਭਾਵ ਮਹਾਤਮਾ ਰੂਪ ਸਖੀ ਗੁਰਮੁਖ ਪਿਆਰੇ, ਉਹ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਫਿਰ ਪਾ ਜਾਂਦੇ ਨੇ। ਕਾਮਣ ਪਿਰ ਪਾਇਆ ਜੀਓ ਗੁਰ ਕੈ ਭਾਏ ਪਿਆਰੇ। ਕਾਮਣ ਜੀਵ ਰੂਪ ਇਸਤਰੀ ਨੇ ਫਿਰ ਪਤੀ ਪ੍ਰਮਾਤਮਾ ਪਾ ਲਿਆ ਹੈ ਜੀ। हे ਭਾਈ, ਉਸ ਕਾਮਣ ਨੇ ਫਿਰ ਪ੍ਰਮਾਤਮਾ ਰੂਪੀ ਪਤੀ ਪਾ ਲਿਆ ਹੈ ਗੁਰ ਕੈ ਭਾਏ ਪਿਆਰੇ। ਜੋ ਸਤਿਗੁਰੂ ਮਹਾਰਾਜ ਜੋ ਪਿਆਰੇ ਹਨ, ਉਹਨਾਂ ਸਤਿਗੁਰਾਂ ਦੇ ਭਾਏ ਭਾਣੇ ਅੰਦਰ ਜੋ ਭਾਉਂਦਾ ਸਤਿਗੁਰੂ ਨੇ ਉਹਦੇ ਅਨੁਸਾਰ ਹੋ ਕੇ ਚੱਲਦੇ ਨੇ। ਜਿਵੇਂ ਬਚਨ ਹਨ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਭਾਏ ਪ੍ਰੇਮ ਵਿੱਚ ਗੁਰੂ ਦੇ, ਜੋ ਗੁਰੂ ਮਹਾਰਾਜ ਬਹੁਤ ਪਿਆਰੇ ਹਨ, ਸੋ ਗੁਰੂ ਦੇ ਭਾਏ ਪ੍ਰੇਮ ਵਿੱਚ ਰਹਿ ਕੇ ਪਿਆਰੇ ਬਣ ਜਾਂਦੇ ਹਨ ਗੁਰੂ ਮਹਾਰਾਜ ਦੇ। ਸੋ ਇਸ ਪ੍ਰਕਾਰ ਗੁਰੂ ਦੇ ਭਾਏ ਪ੍ਰੇਮ ਵਿੱਚ ਹੋ ਕੇ ਪਿਆਰੇ ਅਕਾਲ ਪੁਰਖ ਨੂੰ ਹੀ ਪਾ ਲੈਂਦੇ ਹਨ। ਰੈਣ ਸੁਖ ਸੁੱਤੀ ਜੀਉ ਅੰਤਰ ਉਰ ਧਾਰੇ। ਜਿਸ ਨੇ ਆਪਣੇ ਹਿਰਦੇ ਦੇ ਅੰਦਰ ਵਾਹਿਗੁਰੂ ਪ੍ਰਮਾਤਮਾ ਨੂੰ ਧਾਰਿਆ ਹੋਇਆ, ਪ੍ਰਮਾਤਮਾ ਨੂੰ ਵਸਾਇਆ ਹੋਇਆ, ਉਹਦੇ ਨਾਮ ਨੂੰ ਟਿਕਾਇਆ ਹੋਇਆ, ਉਹ ਮਹਾਤਮਾ ਰੂਪ ਇਸਤਰੀ ਸਖੀ ਰੈਣ ਸੁਖ ਸੁੱਤੀ ਰਾਤ, ਉਮਰ ਰੂਪੀ ਰਾਤ। ਸਾਰੀ ਜ਼ਿੰਦਗੀ ਦੀ ਜਿਹੜੀ ਉਮਰ ਹੈ ਇਹ ਇੱਕ ਰਾਤ ਹੈ, ਅਤੇ ਇਹਦੇ ਵਿੱਚ ਸੁਖਪੂਰਵਕ ਉਹ ਸੁੱਤੀ ਹੈ। ਸੁੱਤੀ ਦਾ ਮਤਲਬ ਇਹ ਨਹੀਂ ਇੱਥੇ ਇਹ ਆਲਸ ਕਰਦੀ ਸੁੱਤੀ ਰਹਿੰਦੀ ਹੈ, ਨਹੀਂ। ਸੁੱਤੀ ਤੋਂ ਮਤਲਬ ਹੈ ਕਿ ਸਮਾਧੀ ਰੂਪੀ ਨੀਂਦ ਵਿੱਚ ਜੀਵਨ ਗੁਜ਼ਾਰਦੀ, ਸੰਸਾਰ ਵੱਲੋਂ ਸੌਂ ਜਾਂਦੀ ਹੈ ਅਤੇ ਪ੍ਰਮਾਤਮਾ ਦੀ ਸਮਾਧੀ 'ਚ, ਪ੍ਰਮਾਤਮਾ ਦੇ ਸਿਮਰਨ ਦੀ ਰੌ ਵਿੱਚ ਉਹ ਜੀਵਨ ਗੁਜ਼ਾਰਦੀ ਹੈ। ਸੋ ਇਸ ਤਰ੍ਹਾਂ ਦੀ ਉਹਦੀ ਨੀਂਦ ਹੈ। ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪਿਰ ਮਿਲਿਆ। ਸੋ ਜਾਗਣ ਤੇ ਸੁਪਨਾ ਭਲਾ, ਬੱਸੀ ਹੈ ਪ੍ਰਭ ਸੰਗ। ਸੰਸਾਰ ਵੱਲੋਂ ਉਹ ਸੌਂਗੀ ਹੈ ਅਤੇ ਸੁਖਪੂਰਵਕ ਸ਼ਾਂਤੀ ਰੂਪੀ ਸਮਾਧੀ ਰੂਪੀ ਨੀਂਦ ਵਿੱਚ ਸੁੱਤੀ ਹੈ, ਜਿਹਨੇ ਅੰਦਰ ਹਿਰਦੇ 'ਚ ਧਾਰਨ ਕੀਤਾ ਹੋਇਆ ਵਾਹਿਗੁਰੂ ਜੀ ਨੂੰ। ਅੰਤਰ ਉਰ ਧਾਰੇ ਮਿਲੀਐ ਪਿਆਰੇ। ਹਾਂ ਮਹਾਰਾਜ ਕਹਿੰਦੇ ਹਿਰਦੇ ਦੇ ਅੰਦਰ ਧੁਰ, ਹਿਰਦੇ ਅੰਦਰ ਧਾਰਨ ਕਰੀਏ, ਵਸਾ ਲਈਏ, ਤਾਂ ਪਿਆਰੇ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਅਸੀਂ, ਤਾਂ ਹੀ ਮਿਲਿਆ ਜਾ ਸਕਦਾ। ਆਨ ਦਿਨ ਦੁੱਖ ਨਿਵਾਰੇ, ਤਾਂ ਹਰ ਸਮੇਂ ਲਈ, ਸਦੀਵੀ ਕਾਲ ਲਈ, ਰਾਤ ਦਿਨ ਉਸਨੇ ਆਪਣੇ ਦੁੱਖ ਨੂੰ ਨਿਵਾਰਿਆ। ਦੁੱਖ ਨੂੰ ਮਾਰ ਮੁਕਾਉਂਦੀ ਹੈ ਉਹ ਜੀਵ ਰੂਪ ਇਸਤਰੀ। ਜਿਹੜਾ ਵੀ ਇਸ ਰਸਤੇ ਚੱਲੇ ਆਪਣੇ ਸਾਰੇ ਦੁੱਖਾਂ ਨੂੰ ਸਦੀਵੀ ਕਾਲ ਲਈ ਉਹ ਮਾਰ ਮੁਕਾਉਂਦਾ ਹੈ। ਅੰਤਰ ਮਹਿਲ ਪਿਰ ਰਾਵੇ ਕਾਮਣ, ਗੁਰਮਤੀ ਵਿਚਾਰੇ। ਜਿਹੜੀ ਮਹਾਤਮਾ ਰੂਪੀ ਕਾਮਣ ਇਸਤਰੀ ਗੁਰੂ ਮਹਾਰਾਜ ਜੀ ਦੀ ਮੱਤ ਸਿੱਖਿਆ ਨੂੰ ਵਿਚਾਰਦੀ ਹੈ ਹਿਰਦੇ ਅੰਦਰ, ਅੰਤਰ ਮਹਿਲ ਪਿਰ ਰਾਵੇ ਕਾਮਣ, ਵਾਹਿਗੁਰੂ ਦੇ ਸਰੂਪ ਰੂਪੀ ਮਹੱਲ ਵਿੱਚ ਪਹੁੰਚੀ ਹੋਈ ਫਿਰ ਪ੍ਰਮਾਤਮਾ ਨੂੰ ਰਾਵੇ ਮਾਣਦੀ ਹੈ, ਪ੍ਰਮਾਤਮਾ ਨੂੰ ਭੋਗਦੀ ਹੈ, ਪ੍ਰਮਾਤਮਾ ਦੀ ਅਭੇਦਤਾ ਦੇ ਆਨੰਦ ਵਿੱਚ ਉਹ ਜੀਵਨ ਗੁਜ਼ਾਰਦੀ ਹੈ। ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਿਧਾ ਮਾਰ ਨਿਵਾਰੇ। ਉਸਨੇ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਸਰੀਖਾ ਨਾਮ ਹੈ ਨਾ, ਆਤਮਿਕ ਮੌਤ ਨੂੰ ਖਤਮ ਕਰਨ ਵਾਲਾ ਵਾਹਿਗੁਰੂ ਜੀ ਦਾ ਨਾਮ, ਆਤਮਿਕ ਜੀਵਨ ਦੇਣ ਵਾਲਾ ਨਾਮ, ਇਹ ਉਸਨੇ ਪੀਤਾ ਦਿਨੇ ਰਾਤ। ਅਠੇ ਪਹਿਰ ਇਸ ਅੰਮ੍ਰਿਤ ਨਾਮ ਨੂੰ ਉਸਨੇ ਪੀਤਾ ਹੈ ਅਤੇ ਇੰਜ ਆਪਣੇ ਹਿਰਦੇ ਵਿੱਚੋਂ ਜਿਹੜੀ ਦੁਬਿਧਾ ਹੈ, ਮੇਰ ਤੇਰ ਹੈ, ਉਹ ਉਸਨੇ ਮਾਰ ਮੁਕਾਈ ਹੈ, ਨਾਸ ਕਰ ਦਿੱਤੀ ਹੈ। ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ। ਹਜ਼ੂਰ ਫਰਮਾਉਂਦੇ ਨੇ ਕਿ ਉਹ ਸੱਚ ਸਰੂਪ ਪਰਮਾਤਮਾ ਵਿੱਚ ਮਿਲੀ ਹੋਈ ਸੁਹਾਗਵੰਤੀ ਹੈ। ਗੁਰ ਕੈ ਹੇਤ ਅਪਾਰੇ, ਗੁਰੂ ਮਹਾਰਾਜ ਜੀ ਦੇ ਅਥਾਹ ਪਿਆਰ ਦਾ ਸਦਕਾ, ਗੁਰੂ ਦੇ ਹੇਤ ਲਗਾਓ ਪਿਆਰ, ਮੁਹੱਬਤ, ਗੁਰੂ ਮਹਾਰਾਜ ਜੀ ਦੀ ਅਥਾਹ ਮੁਹੱਬਤ ਦੇ ਸਦਕੇ ਉਹ ਸੱਚ ਸਰੂਪ ਪਰਮੇਸ਼ਰ ਵਿੱਚ ਮਿਲੀ ਹੈ ਅਤੇ ਸਦਾ ਦੀ ਸੁਹਾਗਣ ਹੋ ਗਈ ਹੈ। ਆਵੋ ਦਇਆ ਕਰੇ ਜੀਓ ਪ੍ਰੀਤਮ ਅਤ ਪਿਆਰੇ। ਹੁਣ ਵਾਹਿਗੁਰੂ ਜੀ ਦੇ ਪਾਸ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਹਜ਼ੂਰ ਕਿ ਤੁਸੀਂ ਵੀ ਇੰਜ ਕਹੋ ਕਿ ਅਤਿਅੰਤ ਪਿਆਰੇ ਪ੍ਰੀਤਮ ਪ੍ਰੀਤ ਕਰਨ ਜੋਗ, ਅਤਿਅੰਤ ਪਿਆਰੇ ਪ੍ਰੀਤਮ ਵਾਹਿਗੁਰੂ ਜੀ, ਆਵੋ ਦਇਆ ਕਰੇ। ਹੇ ਵਾਹਿਗੁਰੂ ਜੀ, ਤੁਸੀਂ ਦਇਆ ਦ੍ਰਿਸ਼ਟੀ ਕਰਕੇ ਮੇਰੇ ਹਿਰਦੇ ਘਰ ਵਿੱਚ ਆ ਵਸੋ। ਸੱਚੇ ਪਾਤਸ਼ਾਹ ਜੀ, ਮੇਰੇ ਵੀ ਘਰ 'ਚ ਆਓ। ਕਾਮਣ ਬਿਨਉ ਕਰੇ ਜੀਓ, ਸੱਚ ਸ਼ਬਦ ਸ਼ਿੰਗਾਰੇ।
ਸੱਚ ਸਰੂਪ ਵਾਹਿਗੁਰੂ ਜੀ ਦੇ ਨਾਮ ਦੁਆਰਾ ਤੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਉਹ ਆਪਣੇ ਆਪ ਨੂੰ ਸ਼ਿੰਗਾਰਦੀ ਹੈ। ਸ਼ਿੰਗਾਰਨ ਤੋਂ ਭਾਵ ਸਵਾਰਦੀ ਹੈ। ਆਪਣੇ ਹਿਰਦੇ ਨੂੰ, ਆਪਣੇ ਆਚਰਣ ਨੂੰ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਗੁਰਾਂ ਦੇ ਸ਼ਬਦ ਦੁਆਰਾ ਸ਼ਿੰਗਾਰ ਲੈਂਦੀ ਹੈ। ਕਾਮੜ ਵਿਨੋ ਕਰੇ ਜੀ। ਤੇ ਜਿਵੇਂ ਇਸਤਰੀ ਨੂੰ ਹਾਰ ਸ਼ਿੰਗਾਰ ਲਾ ਕੇ ਪਤੀ ਦੇ ਘਰ ਆਉਣ ਦੀ ਉਡੀਕ ਹੁੰਦੀ ਹੈ, ਉਹਦੀ ਛੇਜਾ ਮੰਨਣ ਦੀ, ਇਸ ਪ੍ਰਕਾਰ ਹਜ਼ੂਰ ਅਲੰਕਾਰ ਦੇ ਰਹੇ ਨੇ ਕਿ ਸੱਚੇ ਨਾਮ ਦੁਆਰਾ, ਗੁਰਾਂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਅੰਦਰੋਂ ਸਵਾਰ ਲੈਂਦੀ, ਆਪਣੇ ਆਚਾਰ ਕਰਤੱਵ ਆਚਰਣ ਉੱਚਾ ਬਣਾ ਲੈਂਦੀ। ਤੇ ਇੰਜ ਫਿਰ ਉਹ ਮਹਾਤਮਾ ਸਖੀ ਰੂਪ ਇਸਤਰੀ ਉਹ ਕਾਮਣ ਬਿਨੋ ਕਰਦੀ, ਬੇਨਤੀ ਕਰਦੀ ਹੈ, ਸੱਚ ਸ਼ਬਦ ਸ਼ਿੰਗਾਰੇ। ਸੋ ਇਸ ਪ੍ਰਕਾਰ ਸਿੰਘਾਵਲੋਕਨੀ ਜਿਹੜਾ ਕਾਵ ਦਾ ਅੰਗ ਹੈ, ਉਹਦੇ ਰਾਹੀਂ ਸਤਿਗੁਰੂ ਦੁਆਰਾ ਪ੍ਰੋੜਤਾ ਕਰ ਰਹੇ ਨੇ ਬਚਨ ਦੀ ਕਿ ਸੱਚ ਸਰੂਪ ਪਰਮੇਸ਼ਰ ਦੀ ਸਿਫਤ ਸਲਾਹ ਵਾਲਾ ਜਿਹੜਾ ਗੁਰਾਂ ਦਾ ਸ਼ਬਦ ਹੈ, ਇਹਦੇ ਰਾਹੀਂ ਆਪਣੇ ਆਪ ਨੂੰ ਉਹ ਸ਼ਿੰਗਾਰਦੀ ਹੈ। ਹਉਮੈ ਮਾਰੇ ਤੇ ਇੰਜ ਆਪਣੇ ਅੰਦਰੋਂ ਗੁਰੂ ਦੇ ਸ਼ਬਦ ਦੇ ਪ੍ਰਤਾਪ ਨਾਲ ਹੰਗਤਾ ਨੂੰ ਮਾਰ ਲੈਂਦੀ ਹੈ। ਗੁਰਮੁਖ ਕਾਰਜ ਸਵਾਰੇ, ਗੁਰਾਂ ਦੇ ਸਨਮੁਖ ਹੋ ਕੇ ਆਪਣੇ ਸਾਰੇ ਕਾਰਜ ਸਵਾਰ ਲੈਂਦੀ ਹੈ। ਇਸ ਸੰਸਾਰ ਦੇ ਜਿਹੜੇ ਵਿਵਹਾਰਕ ਕਾਰਜ ਹਨ ਤੇ ਜਿਹੜੇ ਪਰਮਾਰਥਕ ਕਾਰਜ ਨੇ, ਇਹ ਸਵਾਰਨ ਲਈ ਜੀਵਨ ਸਫਲਾ ਕਰ ਲੈਂਦੀ ਹੈ। ਜੁਗ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ। ਜੋ ਪ੍ਰਮਾਤਮਾ ਹਰੇਕ ਯੁੱਗ ਯੁੱਗ ਦੇ ਅੰਦਰ ਉਹੀ ਹੈ ਜੋ ਸੱਚ ਸਰੂਪ ਹੈ, ਜੋ ਪਹਿਲਾਂ ਵੀ ਸੀ ਸ੍ਰਿਸ਼ਟੀ ਸਾਜਣ ਤੋਂ ਤੇ ਯੁੱਗ ਸਾਜ ਬਣਾਉਣ ਤੇ ਉਦੋਂ ਵੀ ਹੁਣ ਵੀ, ਹਰ ਇੱਕ ਯੁੱਗ ਯੁੱਗ ਦੇ ਅੰਦਰ ਜਿਹੜਾ ਉਹੀ ਸੱਚ ਸਰੂਪ ਇੱਕੋ ਹੀ ਪਰਮਾਤਮਾ ਹੈ। ਬੂਝੈ ਗੁਰ ਵਿਚਾਰੇ। ਸਤਿਗੁਰਾਂ ਦੀ ਪਵਿੱਤਰ ਸ਼ਬਦ ਦੀ ਵਿਚਾਰ ਦੁਆਰਾ, ਗੁਰੂ ਦੀ ਬਖਸ਼ੀ ਵਿਚਾਰ ਦੁਆਰਾ ਉਹ ਬੂਝੈ ਸਮਝ ਲੈਂਦੀ ਹੈ, ਜਾਣ ਲੈਂਦੀ ਹੈ। ਮਨਮੁਖ ਕਾਮ ਵਿਆਪੀ, ਮੋਹ ਸੰਤਾਪੀ, ਕਿਸ ਆਗਾ ਜਾਏ ਪੁਕਾਰੇ। ਹੁਣ ਦੂਜਾ ਪੱਖ ਵਿਖਾ ਰਹੇ ਨੇ ਤੇ ਜਿਨ੍ਹਾਂ ਨੂੰ ਨਹੀਂ ਵਾਹਿਗੁਰੂ ਮਿਲਿਆ ਉਹਦਾ ਕਾਰਨ ਕੀ। ਮਨਮੁਖੀ ਹੈ, ਮਨ ਨੂੰ ਮੁਖੀ ਬਣਾਇਆ ਹੋਇਆ ਮਨਮੁਖ ਇਸਤਰੀ ਨੇ। ਮਨ ਦੇ ਪਿੱਛੇ ਲੱਗਣ ਵਾਲੀ, ਮਨ ਦੀ ਮਰਜ਼ੀ ਕਰਨ ਵਾਲੀ ਜਿਹੜੀ ਜੀਵ ਰੂਪ ਇਸਤਰੀ ਹੈ, ਉਹ ਕਾਮ ਵਿੱਚ ਫਸੀ ਹੋਈ ਹੈ। ਕਾਮ ਵਾਸ਼ਨਾ ਨੇ ਉਸ ਨੂੰ ਦਬਾਇਆ ਹੋਇਆ। ਕਾਮ ਦੀ ਵਾਸ਼ਨਾ ਦਿਨੇ ਰਾਤ ਉਹਨੂੰ ਦਬਾਈ ਰੱਖਦੀ ਹੈ। ਮੋਹ ਸੰਤਾਪੀ, ਤੇ ਜਿਹੜਾ ਮੋਹ ਹੈ ਨਾ ਸਰੀਰਾਂ ਦਾ, ਇਹਦਾ ਕਰਕੇ ਉਹ ਦੁੱਖ ਕਲੇਸ਼ ਦੇ ਸਹਿਤ, ਉਹਦਾ ਹਿਰਦਾ ਕਲੇਸ਼ ਦੇ ਸਹਿਤ ਰਹਿੰਦਾ। ਕਿਸ ਆਗਿਆ ਜਾਏ ਪੁਕਾਰੇ। ਉਹ ਜੀਵ ਰੂਪ ਇਸਤਰੀ ਫਿਰ ਕਿਹਦੇ ਅੱਗੇ ਜਾ ਕੇ ਪੁਕਾਰ ਕਰੇ। ਤਾਂ ਹਜ਼ੂਰ ਫਰਮਾਉਂਦੇ ਨੇ, ਨਾਨਕ ਮਨਮੁਖ ਥਾਉ ਨਾ ਪਾਏ, ਬਿਨ ਗੁਰ ਅਤ ਪਿਆਰੇ। ਹਜ਼ੂਰ ਫਰਮਾਉਂਦੇ ਨੇ ਕਿ ਜੋ ਮਨਮੁਖ ਇਸਤਰੀ ਹੈ ਨਾ, ਮਨ ਦੇ ਪਿੱਛੇ ਲੱਗਣ ਵਾਲਾ ਜਿਹੜਾ ਜੀਵ ਹੈ, ਬਿਨਾਂ ਅਤਿਅੰਤ ਪਿਆਰੇ ਗੁਰੂ ਦੀ ਸ਼ਰਨ ਤੋਂ, ਜਿਹੜੇ ਗੁਰੂ ਸਾਹਿਬ ਅਤਿਅੰਤ ਪਿਆਰੇ ਹਨ, ਪਿਆਰੇ ਲੱਗਣ ਵਾਲੇ, ਪਿਆਰ ਕਰਨ ਵਾਲੇ, ਐਸੇ ਸਤਿਗੁਰਾਂ ਦੀ ਸ਼ਰਨ ਤੋਂ ਬਗੈਰ, ਐਸੇ ਗੁਰੂ ਨੂੰ ਧਾਰਨ ਕਰਨ ਤੋਂ ਬਗੈਰ, ਗੁਰੂ ਦੀ ਸ਼ਰਨ ਵਿੱਚ ਪੈਣ ਤੋਂ ਬਗੈਰ ਜਿਹੜੇ ਮਨ ਦੇ ਪਿੱਛੇ ਲੱਗਣ ਵਾਲੇ ਜੀਵ ਨੇ, ਜਾਂ ਮਨ ਦੇ ਪਿੱਛੇ ਲੱਗਣ ਵਾਲੀ ਜੀਵ ਰੂਪ ਇਸਤਰੀ ਹੈ, ਉਹ ਥਾਂ ਟਿਕਾਣਾ ਨਹੀਂ ਪ੍ਰਾਪਤ ਕਰ ਸਕਦੇ। ਉਹਦਾ ਕੀਤਾ ਕੋਈ ਕਰਮ ਥਾਂ ਨਹੀਂ ਪੈਂਦਾ, ਭਾਵ ਵਾਹਿਗੁਰੂ ਨੂੰ ਪ੍ਰਵਾਨ ਨਹੀਂ ਹੁੰਦਾ, ਤੇ ਨਾ ਹੀ ਉਹ ਵਾਹਿਗੁਰੂ ਦੇ ਚਰਨਾਂ 'ਚ ਬੈਠਣ ਲਈ ਥਾਂ ਸਥਾਨ ਪ੍ਰਾਪਤ ਕਰਦੀ, ਸ਼ਰਨ ਨਹੀਂ ਪ੍ਰਾਪਤ ਹੁੰਦੀ ਉਸ ਨੂੰ। ਮੁੰਦ ਇਆਣੀ ਭੋਲੀ, ਨਿਗੁਣੀਆਂ ਜੀਓ ਫਿਰ ਅਗਮਾ ਪਾਰਾ। ਹਜ਼ੂਰ ਫਰਮਾਉਂਦੇ ਨੇ ਕਿ ਜਿਹੜੀ ਜੀਵ ਰੂਪ ਇਸਤਰੀ ਇੱਕ ਪਾਸੇ ਮੁੰਦ ਜਵਾਨ ਤਾਂ ਹੈ, ਪਰ ਮਨ ਕਰਕੇ ਬੜੀ ਅਣਜਾਣੀ ਹੈ, ਜਾਨੀ ਬੇਸਮਝ ਆ, ਭੋਲੀ ਹੈ। ਸੋ ਨਿਗੁਣੀਆਂ, ਭੋਲੀ ਦਾ ਮਤਲਬ ਉਹਨੂੰ ਸੂਝ ਬੂਝ ਹੀ ਕੁਛ ਨਹੀਂ, ਤੇ ਨਿਗੁਣੀਆਂ ਗੁਣਾਂ ਤੋਂ ਵੀ ਸਖਣੀ ਹੈ ਜੀ। ਫਿਰ ਅਗਮਾ ਪਾਰਾ, ਤੇ ਫਿਰ ਪਰਮਾਤਮਾ ਜੋ ਪਤੀ ਹੈ ਉਹ ਮਨ ਦੀ ਪਹੁੰਚ ਤੋਂ ਪਰੇ ਹੈ, ਅਪਾਰਾ ਬੇਅੰਤ ਹੈ, ਜਿਹਦਾ ਪਾਰ ਉਰਾਰ ਹੀ ਨਹੀਂ ਪਾਇਆ ਜਾਂਦਾ। ਸੋ ਮਤਲਬ ਮਿਲਾਪ ਨਹੀਂ ਨਾ ਬਣ ਰਿਹਾ, ਸੋ ਫਰਕ ਬਹੁਤ ਜ਼ਿਆਦਾ, ਭੇਦ ਅੰਤਰਾ ਹੈ। ਇਹ ਜੀਵ ਰੂਪ ਇਸਤਰੀ ਜਵਾਨੀ ਦੀ ਅਵਸਥਾ ਹੈ, ਪਰ ਹੈ ਅਣਜਾਣ ਬੇਸਮਝ, ਬਿਰਤੀ ਕਰਕੇ ਮਤਲਬ ਕਾਰ ਵਿਹਾਰ ਵੱਲੋਂ ਜਿਨ੍ਹਾਂ ਗੁਣਾਂ ਨਾਲ ਪਰਮਾਤਮਾ ਖੁਸ਼ ਹੁੰਦਾ, ਪ੍ਰਸੰਨ ਹੁੰਦਾ, ਉਹਦੇ ਬਾਰੇ ਕੋਈ ਸੂਝ ਬੂਝ ਹੀ ਨਹੀਂ ਹੈ, ਤੇ ਗੁਣਾਂ ਤੋਂ ਵੀ ਸਖਣੀ ਹੈ। ਤੇ ਪਤੀ ਪਰਮਾਤਮਾ ਮਨ ਦੀ ਗਮਤਾ ਪਹੁੰਚ ਤੋਂ ਪਰੇ ਹੈ, ਬੇਅੰਤ ਹੈ। ਆਪੇ ਮੇਲ ਮਿਲੀਐ ਜੀਓ, ਕਿਉਂਕਿ ਪ੍ਰਸ਼ਨ ਹੈ ਵੀ ਐਸੀ ਇਸਤਰੀ ਕਿਵੇਂ ਫਿਰ ਮਿਲ ਸਕਦੀ ਹੈ। ਤਾਂ ਹਜ਼ੂਰ ਜਵਾਬ ਦਿੰਦੇ ਨੇ, ਆਪੇ ਮੇਲ ਮਿਲੀਐ ਜੀਓ, ਆਪੇ ਬਖਸ਼ਣਹਾਰਾ। ਆਪ ਹੀ ਪਰਮਾਤਮਾ ਜੇ ਮਿਲਾਵੇ ਆਪਣੇ ਮੇਲ ਵਿੱਚ ਤਾਂ ਹੀ ਮਿਲਿਆ ਜਾ ਸਕਦਾ, ਆਪ ਮੇਲ ਲਵੇ ਤਾਂ ਮਿਲਿਆ ਜਾ ਸਕਦਾ ਹੈ।
ਆਪੇ ਬਖਸ਼ਣਹਾਰਾ, ਆਪ ਹੀ ਸਾਰਿਆਂ ਦੇ ਗੁਨਾਹਾਂ ਨੂੰ, ਉਪਦਰਵਾਂ ਨੂੰ, ਪਾਪਾਂ ਨੂੰ, ਵਿਕਾਰਾਂ ਨੂੰ, ਔਗਣਾਂ ਨੂੰ ਬਖਸ਼ ਲੈਣ ਵਾਲਾ ਹੈ। ਸੋ ਉਸ 'ਤੇ ਆਸ ਰੱਖੀਏ ਵਾਹਿਗੁਰੂ 'ਤੇ। ਜੋ ਪਿੱਛੇ ਕੀਤਾ ਹੈ ਉਹਦੇ ਬਾਰੇ ਸਾਨੂੰ ਪਤਾ ਲੱਗੇ, ਪਛਤਾਵਾ ਹੋਏ ਤੇ ਅਸੀਂ ਫਿਰ ਸ਼ਰਨ ਗ੍ਰਹਿਣ ਕਰ ਲਈਏ। ਆਪ ਬਖਸ਼ਣਹਾਰ ਹੈ ਪ੍ਰਮਾਤਮਾ, ਕੋਟ ਖਤੇ ਖਿਨ ਬਖਸ਼ਣਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਸੋ ਇਸ ਪ੍ਰਕਾਰ ਅਵਗਣ ਬਖਸ਼ਣਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਹਿਆ ਸਮਾਈ। ਜਿਹੜਾ ਸਾਰੇ ਅਵਗੁਣਾਂ ਨੂੰ, ਸਭਨਾਂ ਦੇ ਅਵਗੁਣਾਂ ਨੂੰ ਬਖਸ਼ਣ ਵਾਲਾ ਹੈ, ਕਾਮਣ ਜੀਵ ਰੂਪ ਇਸਤਰੀ ਨੂੰ ਉਹ ਕੰਤ ਪਤੀ ਜੋ ਪਿਆਰਾ ਲੱਗਦਾ ਹੈ, ਘਟ ਘਟ ਰਹਿਆ ਸਮਾਈ, ਉਹ ਹਰ ਇੱਕ ਹਿਰਦੇ ਅੰਦਰ ਸਮਾਰਿਆ ਹੈ, ਸਮਾਇਆ ਹੋਇਆ ਹੈ। ਪ੍ਰੇਮ ਪ੍ਰੀਤ ਭਾਏ ਭਗਤੀ ਪਾਈਐ, ਸਤਿਗੁਰ ਬੂਝ ਬੁਝਾਈ ਭਾਈ। ਐਸੇ ਪਰਮਾਤਮਾ ਨੂੰ ਪ੍ਰਾਪਤ ਕਰਨ ਬਾਰੇ ਸੱਚੇ ਗੁਰਾਂ ਨੇ ਇੱਕ ਸਿੱਖਿਆ ਸਮਝਾ ਦਿੱਤੀ ਹੈ ਕਿ ਵਾਹਿਗੁਰੂ ਨਾਲ ਪ੍ਰੇਮ ਕਰੀਏ, ਪ੍ਰੀਤ ਕਰੀਏ ਤੇ ਭਗਤੀ ਭਾਵਨਾ ਅੰਦਰ ਰੱਖੀਏ। ਪ੍ਰੇਮ ਤੇ ਪ੍ਰੀਤ ਭਗਤੀ ਭਾਵਨਾ ਦੁਆਰਾ ਹੀ ਪਾਇਆ ਜਾਂਦਾ ਵਾਹਿਗੁਰੂ ਅਕਾਲ ਪੁਰਖ ਨੂੰ। ਮਨ ਕਰਕੇ ਵੀ ਪ੍ਰੇਮ ਪੈਦਾ ਕਰੀਏ, ਮੈਂ ਤੋਂ ਪਰੇ ਹੋਈਏ ਤੇ ਸੱਚੀ ਪ੍ਰੀਤ ਕਰੀਏ ਵਾਹਿਗੁਰੂ ਨਾਲ, ਤੇ ਭਗਤੀ ਭਾਵਨਾ ਅੰਦਰ ਰੱਖੀਏ, ਨਿਰਮਾਣ ਹੋ ਕਰਕੇ ਭਗਤੀ ਕਮਾਈਏ, ਤੇ ਇਸ ਤਰ੍ਹਾਂ ਉਸ ਨੂੰ ਪਾਇਆ ਜਾਂਦਾ ਹੈ। ਸਤਿਗੁਰੂ ਨੇ ਸਿੱਖਿਆ ਸਮਝਾ ਦਿੱਤੀ ਹੈ। ਸਦਾ ਆਨੰਦ ਰਹਿ ਦਿਨ ਰਾਤੀ, ਅਨ ਦਿਨ ਰਹਿ ਲਿਵ ਲਾਈ। ਉਹ ਜਿਹੜੀ ਜੀਵ ਰੂਪ ਇਸਤਰੀ ਸਤਿਗੁਰਾਂ ਦੀ ਸਿੱਖਿਆ ਨੂੰ ਸਮਝ ਲੈਂਦੀ ਹੈ, ਉਹ ਰਾਤ ਦਿਨ ਪਰਮਾਤਮਾ ਵਿੱਚ ਆਪਣੀ ਸੁਰਤ ਨੂੰ ਜੋੜੀ ਰੱਖਦੀ ਹੈ ਤੇ ਫਿਰ ਸਦਾ ਵਾਸਤੇ ਦਿਨ ਰਾਤ ਆਨੰਦ ਦੇ ਵਿੱਚ ਰਹਿੰਦੀ ਹੈ, ਜੀਵਨ ਗੁਜ਼ਾਰਦੀ ਹੈ, ਹਮੇਸ਼ਾ ਆਤਮਿਕ ਆਨੰਦ ਵਿੱਚ ਜੀਵਨ ਗੁਜ਼ਾਰਦੀ ਹੈ। ਨਾਨਕ ਸਹਿਜੇ ਹਰ ਵਰ ਪਾਇਆ, ਸਾ ਧਨ ਨੌ ਨਿਧ ਪਾਈ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਸ਼ਬਦ ਸੰਪੂਰਨ ਕਰ ਰਹੇ ਨੇ, ਸ਼ੰਤ ਪੂਰਾ ਕਰ ਰਹੇ ਨੇ ਕਿ ਭਾਈ ਜਿਸ ਜੀਵ ਰੂਪ ਇਸਤਰੀ ਨੇ ਸਹਿਜੇ ਮਾਨਸਿਕ ਅਡੋਲਤਾ ਗਿਆਨ ਵਾਲੀ ਅਵਸਥਾ 'ਚ ਪਹੁੰਚ ਕੇ ਹਰੀ ਅਕਾਲ ਪੁਰਖ ਜੋ ਵਰ ਲਾੜਾ ਰੂਪ ਹੈ ਪ੍ਰਾਪਤ ਕਰ ਲਿਆ, ਤਾਂ ਸਾ ਧਨ ਉਸ ਜੀਵ ਰੂਪ ਇਸਤਰੀ ਨੇ ਨੌ ਨਿਧ ਪਾਈ। ਮਾਨੋ ਨੌਵੇਂ ਖਜ਼ਾਨੇ ਪ੍ਰਾਪਤ ਕਰ ਲਏ, ਨੌ ਨਿਧਾਂ ਹੀ ਪ੍ਰਾਪਤ ਕਰ ਲਈਆਂ, ਕੁਝ ਵੀ ਚੀਜ਼ ਪਿੱਛੇ ਨਹੀਂ ਰਹਿ ਗਈ, ਉਹਨੇ ਸਭ ਕੁਝ ਹੀ ਪ੍ਰਾਪਤ ਕਰ ਲਿਆ ਹੈ। ਗੌੜੀ ਮਹੱਲਾ ਤੀਜਾ। ਗੌੜੀ ਰਾਗਣੀ ਅੰਦਰ ਗੁਰਦੇਵ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ। ਮਾਇਆ ਸਰ ਸਬਲ ਵਰਤੈ ਜੀਓ, ਕਿਉਂ ਕਰ ਦੁੱਤਰ ਤਰਿਆ ਜਾਏ। ਹਜ਼ੂਰ ਕਹਿੰਦੇ ਨੇ ਕਿ ਇਸ ਸੰਸਾਰ ਦੇ ਅੰਦਰ ਜੋ ਮਾਇਆ ਹੈ, ਇਹ ਮਾਇਆ ਦਾ ਮਾਨੋ ਨਕੋ ਨਕ, ਮਾਇਆ ਦੇ ਮੋਹ ਦਾ ਨਕੋ ਨਕ ਸਰ ਸਰੋਵਰ ਭਰਿਆ ਹੋਇਆ। ਇਹ ਸੰਸਾਰ ਹੈ ਨਾ ਜਿਹੜਾ, ਇਹ ਮਾਇਆ ਦਾ ਸਰੋਵਰ ਹੈ, ਸਬਲ, ਬੜਾ ਬਲ ਵਾਲਾ, ਬੜੀ ਤਾਕਤ ਵਾਲਾ, ਜੀਆਂ ਨੂੰ ਵਿੱਚ ਡੁਬਾਉਣ ਵਾਲਾ, ਫਸਾਉਣ ਵਾਲਾ। ਕਿਉਂ ਕਰ ਦੁੱਤਰ ਤਰਿਆ ਜਾਏ। ਦੁਸ਼ਤਰ ਜਿਸ ਤੋਂ ਤਰਨਾ, ਪਾਰ ਲੰਘਣਾ ਬੜਾ ਕਠਿਨ ਹੈ, ਇਸ ਨੂੰ ਕਿਵੇਂ ਤਰਿਆ ਜਾ ਸਕਦਾ ਹੈ। ਤਾਂ ਹਜ਼ੂਰ ਕਹਿੰਦੇ ਰਾਮ ਨਾਮ ਕਰ ਬੋਹਿ ਥਾ ਜੀਓ, ਸ਼ਬਦ ਖੇਵਟ ਵਿੱਚ ਪਾਏ। ਹਜ਼ੂਰ ਕਹਿੰਦੇ ਨੇ ਕਿ ਰਾਮ ਰਮਿਆ ਹੋਇਆ ਜੋ ਪ੍ਰਮਾਤਮਾ ਹੈ, ਉਸ ਦੇ ਨਾਮ ਨੂੰ ਬਣਾ ਲੈ ਬੋਹਿ ਥਾ ਜਹਾਜ਼ ਪਾਰ ਲੰਘਣ ਵਾਸਤੇ। ਇਹ ਭਾਈ ਸ਼ਬਦ ਖੇਵਟ ਵਿੱਚ ਪਾਏ, ਤੇ ਇਸ ਬੋਹਿ ਥੇ ਜਹਾਜ਼ ਨੂੰ ਚਲਾਉਣ ਵਾਲੇ ਸ਼ਬਦ ਸਤਿਗੁਰਾਂ ਦਾ ਜਿਹੜਾ ਸ਼ਬਦ ਹੈ ਮੁਖਾਰਬਿੰਦ ਤੋਂ ਚਾਰਿਆ, ਇਹ ਖੇਵਟ ਮਲਾਹ ਵਿੱਚ ਪ੍ਰਾਪਤ ਕਰ ਲਾ, ਵਿੱਚ ਪਾ ਲਾ ਇਸ ਜਹਾਜ਼ ਦੇ। ਸਤਿਗੁਰੂ ਜੀ ਦਾ ਸ਼ਬਦ ਖੇਵਟ ਮਲਾਹ ਰੂਪ ਹੈ, ਤੇ ਰਾਮ ਦਾ ਨਾਮ ਜੋ ਹੈ ਬੋਹਿ ਥਾ ਜਹਾਜ਼, ਆਪਣੇ ਹਿਰਦੇ ਅੰਦਰ ਹੀ ਇਹ ਪ੍ਰਾਪਤ ਕਰ ਲਾ। ਸ਼ਬਦ ਖੇਵਟ ਵਿੱਚ ਪਾਏ ਹਰਿ ਆਪ ਲਗਾਏ। ਹਿਰਦੇ ਵਿੱਚ ਗੁਰੂ ਦਾ ਸ਼ਬਦ ਰੂਪੀ ਖੇਵਟ ਮਲਾਹ ਜੇ ਤੂੰ ਟਿਕਾ ਲਵੇਂ, ਤੇ ਹਰੀ ਅਕਾਲ ਪੁਰਖ ਪਰਮਾਤਮਾ ਆਪ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੇਵੇਗਾ। ਇਨ ਬਿਧ ਦੁੱਤਰ ਤਰੀਆ। ਇਸ ਵਿਧੀ, ਇਸ ਢੰਗ ਤਰੀਕੇ ਨਾਲ ਦੁਸ਼ਤਰ ਸੰਸਾਰ ਜਿਸ ਤੋਂ ਤਰਨਾ ਕਠਿਨ ਹੈ, ਇਹ ਤਰ ਜਾਈਦਾ ਹੈ। ਗੁਰਮੁਖ ਭਗਤ ਪ੍ਰਾਪਤ ਹੋਵੈ, ਜੀਵਤਿਆ ਇਉ ਮਰੀਐ। ਗੁਰਾਂ ਦੇ ਸਨਮੁਖ ਹੋ ਕੇ, ਗੁਰੂ ਦੇ ਅਨੁਸਾਰੀ ਹੋ ਕੇ ਜੋ ਵਾਹਿਗੁਰੂ ਜੀ ਦੀ ਭਗਤੀ ਹੈ ਨਾ, ਇਹ ਦਾਨ ਸਤਿਗੁਰਾਂ ਦੇ ਪਾਸੋਂ ਪ੍ਰਾਪਤ ਹੁੰਦਾ। ਤੇ ਇੰਜ ਜੀਵਤਿਆਂ ਜਿਉਂਦਿਆਂ ਹੋਇਆਂ ਜੀਵਤ ਭਾਵ ਤੋਂ ਹੰਕਾਰ ਵੱਲੋਂ ਮਰ ਜਾਈਦਾ ਹੈ। ਸਰੀਰਕ ਤੌਰ 'ਤੇ ਜਿਉਂਦੇ ਰਹੀਦਾ, ਪਰ ਅੰਦਰੋਂ ਮਰ ਜਾਈਦਾ ਹੈ। ਖਿਨ ਮਹਿ ਰਾਮ ਨਾਮ ਕਿਲ ਵਿਖ ਕਾਟੇ। ਜਦੋਂ ਅਸੀਂ ਅੰਦਰੋਂ ਮਰ ਗਏ,
ਸੋ ਕਦੋਂ ਤੱਕ ਨਹੀਂ ਮਰੇ, ਜਦੋਂ ਤੱਕ ਆਪਣਾ ਨਾਮ ਬਣਾਉਣ ਦੀ ਇੱਛਾ ਵੀ ਮੇਰਾ ਨਾਮ ਦੁਨੀਆ 'ਤੇ ਰਹੇ। ਇਸੇ ਬਿਰਤੀ ਵਿੱਚੋਂ ਹੀ ਸੰਸਾਰ ਦੇ ਅੰਦਰ ਕਬਰਾਂ ਸਮਾਧਾਂ ਆਦਿਕ ਬਣਾਉਣ ਦੀ ਪ੍ਰਵਿਰਤੀ ਤੇ ਇੱਛਾ ਵੀ ਬੰਦੇ ਦੀ ਹੁੰਦੀ, ਮੇਰਾ ਕਿਸੇ ਤਰ੍ਹਾਂ ਕੋਈ ਨਾਂ ਰਹਿ ਜੇ। ਕੋਈ ਐਸਾ ਕੰਮ ਵੀ ਕਈ ਲੋਕ ਪੁੰਨਦਾਨ ਵੀ ਇਸ ਤਰ੍ਹਾਂ ਹੀ ਕਰਦੇ ਨੇ ਤੇ ਕਹਿੰਦੇ ਨਾਂ ਲਿਖ ਦਿਓ ਮੇਰਾ। ਜਿਵੇਂ ਮਸਕੀਨ ਜੀ ਕਹਿੰਦੇ ਹਜੂਰ ਸਾਹਿਬ ਰਹਿ ਰਾਸਾ ਦਾ ਪਾਠ ਅਸੀਂ ਪ੍ਰਕਰਮਾਂ 'ਚ ਬੈਠੇ ਕਰਦੇ ਸੀ ਤੇ ਇੱਕ 90 ਕੁ ਸਾਲ ਦਾ ਬਜ਼ੁਰਗ, ਉਹਦੇ ਲੱਕ ਨੂੰ ਕੁੱਬ ਪਿਆ ਹੋਇਆ ਸੀ, ਨਜ਼ਰ ਕਮਜ਼ੋਰ ਸੀ ਤੇ ਮੱਥੇ 'ਤੇ ਹੱਥ ਰੱਖ ਕੇ ਅੱਖਾਂ ਦੇ ਉੱਤੇ ਤੇ ਕੁਛ ਲੱਭਦਾ ਸੀ। ਮਸਕੀਨ ਜੀ ਉੱਠ ਕੇ ਗਏ, ਕਹਿਣ ਲੱਗੇ ਬਜ਼ੁਰਗੋ ਕੁਛ ਗਵਾਚ ਗਿਆ, ਮੈਂ ਲੱਭ ਦਿਆਂ। ਤਾਂ ਉੱਪਰ ਨੂੰ ਸਿਰ ਕਰਕੇ ਕਹਿੰਦੇ ਨਹੀਂ ਗਿਆਨੀ ਜੀ ਗਵਾਚਾ ਕੁਛ ਨਹੀਂ, ਪਿਛਲੇ ਸਾਲ ਇੱਥੇ 1000 ਰੁਪਈਆ ਦਿੱਤਾ ਸੀ ਤੇ ਕਹਿੰਦੇ ਸੀ ਸਿਲ ਦੇ ਉੱਪਰ ਪੱਥਰ ਦੇ ਉੱਪਰ ਤੇਰਾ ਨਾਮ ਲਿਖਿਆ ਹੋਵੇਗਾ, ਪਰ ਇੱਥੇ ਕਿਤੇ ਹੈ ਨਹੀਂ, ਮੈਂ ਲੱਭ ਰਿਹਾ। ਤਾਂ ਮਸਕੀਨ ਜੀ ਕਹਿਣ ਲੱਗੇ ਬਜ਼ੁਰਗੋ ਆਪਣਾ ਨਾਮ ਨਾ ਲੱਭਦੇ ਫਿਰੋ, ਵਾਹਿਗੁਰੂ ਦੇ ਨਾਮ ਨੂੰ ਲੱਭੋ, ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰੋ। ਹੁਣ ਤਾਂ ਉਮਰ ਬਹੁਤ ਲੰਘ ਚੁੱਕੀ ਹੈ, ਹੁਣ ਤਾਂ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ। ਸੋ ਇਸ ਪ੍ਰਕਾਰ ਮਨੁੱਖ ਦੀ ਬਿਰਤੀ ਹੈ ਤੇ ਆਜੀਵਤ ਭਾਵ ਤੋਂ ਨਹੀਂ ਮਰਦਾ। ਇਹ ਕਹਿੰਦਾ ਆਪਣੀ ਜ਼ਮੀਰ ਮਾਰ ਲਵਾਂ, ਅਸੀਂ ਵੀ ਆਏ ਹਾਂ ਦੁਨੀਆ 'ਤੇ, ਅਸੀਂ ਆਪਣੀ ਅਣਖ ਗੈਰਤ ਨੂੰ ਕਿਉਂ ਮਾਰ ਲਈ। ਅਣਖ ਗੈਰਤ ਹੋਰ ਚੀਜ਼ ਹੈ, ਹੰਕਾਰ ਨੂੰ ਮਾਰਨਾ ਹੋਰ ਚੀਜ਼ ਹੈ। ਜੀਵਤਿਆਂ ਮਰਨਾ, ਹੰਕਾਰ ਨੂੰ ਮਾਰਨਾ ਹੈ। ਖਿਨ ਮਹਿ ਰਾਮ ਨਾਮ ਕਿਲਵਖ ਕਾਟੇ, ਭਏ ਪਵਿੱਤ ਸਰੀਰਾ। ਜਿਹਨੇ ਅੰਦਰੋਂ ਹੰਗਤਾ ਨੂੰ ਮਾਰ ਲਿਆ ਹੈ, ਖਿਨ ਵਿੱਚ ਹੀ ਵਾਹਿਗੁਰੂ ਦਾ ਨਾਮ, ਪਰਮਾਤਮਾ ਦਾ ਨਾਮ, ਸਾਰੇ ਕਿਲਵਖ ਹੁੰਦੇ ਨੇ ਵਜਰ ਪਾਪ। ਕੁਝ ਛੋਟੇ ਪਾਪ ਹੁੰਦੇ ਨੇ, ਕੁਝ ਵੱਡੇ ਪਾਪ, ਜਿਨ੍ਹਾਂ ਦੀ ਮੈਲ ਬੜੀ ਮੁਸ਼ਕਿਲ ਨਾਲ ਧੁੱਪਦੀ ਹੈ। ਪਰ ਵਾਹਿਗੁਰੂ ਦਾ ਨਾਮ ਜਦੋਂ ਹਿਰਦੇ 'ਚ ਵਸ ਜਾਂਦਾ, ਖਿਨ ਵਿੱਚ ਹੀ ਸਾਰੇ ਵਜਰ ਪਾਪਾਂ ਨੂੰ ਕੱਟ ਦਿੰਦਾ। ਜਿਨ੍ਹਾਂ ਦੇ ਕੱਟ ਦਿੱਤੇ ਭਏ ਪਵਿੱਤ ਸਰੀਰਾ, ਉਹਨਾਂ ਦੇ ਸਰੀਰ ਪਵਿੱਤਰ ਹੋ ਗਏ, ਮਤਲਬ ਮਨ ਪਵਿੱਤਰ ਹੋਇਆ, ਇੰਦਰੇ ਪਵਿੱਤਰ ਹੋਏ ਤੇ ਸਰੀਰਕ ਤੌਰ 'ਤੇ ਕਰਮ ਵੀ ਪਵਿੱਤਰ ਹੋ ਗਏ। ਨਾਨਕ ਰਾਮ ਨਾਮ ਨਿਸਤਾਰਾ, ਕੰਚਨ ਭਏ ਮਨੂਰਾ। ਹਜ਼ੂਰ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਰਮੇ ਹੋਏ ਰਾਮ ਵਾਹਿਗੁਰੂ ਵਿਆਪਕ ਸਰੂਪ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਨਿਸ ਪ੍ਰਪੰਚ ਸੰਸਾਰ ਤੋਂ ਤਾਰਾ ਪਾਰ ਉਤਾਰਾ ਹੁੰਦਾ। ਨਿਸਤਾਰਾ ਮਤਲਬ ਪਾਰ ਉਤਾਰਾ, ਨਿਸ ਨਾਮ ਸੰਸਾਰ ਦਾ, ਪ੍ਰਪੰਚ ਦਾ। ਨਿਸ ਵੈਸੇ ਰਾਤ ਨੂੰ ਕਹਿੰਦੇ ਨੇ, ਇਹ ਸੰਸਾਰ ਰਾਤ ਰੂਪ ਹੈ ਨਾ, ਕਾਲੀ ਬੋਲੀ ਵਿਦਿਆ ਦੀ ਰਾਤ ਛਾਈ ਹੋਈ ਹੈ। ਇਸ ਨਿਸ ਪ੍ਰਪੰਚ ਤੋਂ ਤਾਰਾ ਤਰਨਾ ਹੋ ਜਾਂਦਾ ਰਾਮ ਦੇ ਨਾਮ ਨਾਲ। ਤੇ ਜਿਹੜਾ ਨਾਮ ਨਾਲ ਜੁੜ ਜੇ ਉਹ ਇੰਝ ਹੁੰਦਾ ਕੰਚਨ ਭਏ ਮਨੂਰਾ। ਮਨੂਰ ਹੁੰਦਾ ਜੰਗਾਲਿਆ ਹੋਇਆ ਲੋਹਾ, ਜੰਗਾਲੇ ਹੋਏ ਲੋਹੇ ਵਰਗਾ ਜਿਹੜਾ ਮਨ ਹੈ। ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਿਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ, ਤਉ ਨਾਨਕ ਤ੍ਰਿਸ਼ਟਸ ਦੇਹਾ। ਸੋ ਹਜ਼ੂਰ ਫਰਮਾਉਂਦੇ ਨੇ ਕਿ ਉਹ ਕੰਚਨ ਵਰਗਾ ਬਣ ਗਿਆ, ਕੰਚਨ ਸੋਨੇ ਵਰਗਾ ਬਣ ਗਿਆ। ਮਨੂਰ ਵਰਗਾ ਜਿਹੜਾ ਮਨ ਸੀ, ਜੰਗਾਲੇ ਲੋਹੇ ਵਰਗਾ, ਉਹ ਸੋਨੇ ਵਰਗਾ ਸ਼ੁੱਧ ਚਮਕਣ ਲੱਗ ਪਿਆ। ਇਸਤਰੀ ਪੁਰਖ ਕਾਮ ਵਿਆਪੇ ਜੀਓ, ਰਾਮ ਨਾਮ ਕੀ ਬਿਧ ਨਹੀਂ ਜਾਣੀ। ਹੁਣ ਸੰਸਾਰ ਦੀ ਹਾਲਤ ਬਿਆਨ ਕਰ ਰਹੇ ਨੇ ਸਤਿਗੁਰੂ ਕਿ ਕੀ ਇਸਤਰੀ ਤੇ ਕੀ ਪੁਰਖ ਮਰਦ ਕਾਮ ਵਾਸ਼ਨਾ ਵਿੱਚ ਵਿਆਪੇ ਫਸੇ ਹੋਏ ਨੇ, ਕਾਮ ਦੇ ਵਾਸ਼ਨਾ ਦੇ ਦਬਾਏ ਹੋਏ ਨੇ। ਰਾਮ ਨਾਮ ਕੀ ਬਿਧ ਨਹੀਂ ਜਾਣੀ। ਇਸ ਕਰਕੇ ਰਮਿਆ ਹੋਇਆ ਜੋ ਰਾਮ ਪਰਮਾਤਮਾ, ਉਸ ਦੇ ਨਾਮ ਜਪਣ ਦੀ ਵਿਧੀ ਨੂੰ, ਢੰਗ ਤਰੀਕੇ ਨੂੰ ਇਹਨਾਂ ਜਾਣਿਆ ਨਹੀਂ ਹੈ। ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਓ। ਸਾਡੀ ਹਾਲਤ ਬਿਆਨ ਕਰ ਰਹੇ ਨੇ ਕਿ ਇਹਨਾਂ ਜੀਆਂ ਨੂੰ ਮਾਤਾ ਪਿਤਾ ਪੁੱਤਰ ਭਰਾ ਖਰੇ ਪਿਆਰੇ, ਇਹ ਬਹੁਤ ਹੀ ਪਿਆਰੇ ਲੱਗਦੇ ਨੇ। ਭਾਵ ਇਹਨਾਂ ਦੇ ਮੋਹ ਵਿੱਚ ਗਰਸੇ ਹੋਏ ਨੇ ਇਹ ਜੀਵ। ਡੂਬ ਮੋਏ ਬਿਨ ਪਾਣੀ, ਹੈ ਭਾਈ ਜੀ ਜਿਵੇਂ ਪਾਣੀ ਤੋਂ ਬਗੈਰ ਹੀ ਕੋਈ ਡੁੱਬ ਮਰੇ। ਪਾਣੀ ਜਿੱਤੇ ਬੰਦੇ ਡੁੱਬਦੇ ਨੇ ਤਾਂ ਮਹਾਰਾਜ ਕਹਿੰਦੇ ਨੇ ਕਿ ਮੋਹ ਦੇ ਵਿੱਚ ਡੁੱਬ ਮਰੇ, ਬਿਨ ਪਾਣੀ ਤੋਂ ਡੁੱਬ ਮਰੇ। ਸੋ ਇਸ ਪ੍ਰਕਾਰ ਡੂਬ ਮੋਏ ਬਿਨ ਪਾਣੀ, ਜਾਂ ਇੰਝ ਕਹਿ ਲਓ ਵੀ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਜਿਵੇਂ ਹੁੰਦਾ, ਅੱਖਾਂ ਦਾ ਭੁਲੇਖਾ ਹਿਰਨ ਦੀਆਂ ਅੱਖਾਂ ਨੂੰ ਵੀ ਉਹ ਪਾਣੀ ਚਮਕਦਾ, ਪਰ ਪਾਣੀ ਨਹੀਂ ਹੈ, ਉਹਨੂੰ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਕਹਿੰਦੇ ਨੇ। ਜਿਸ ਤਰ੍ਹਾਂ ਉਹ ਵਿਚਾਰਾ ਭਰਮਦਾ ਭਟਕਦਾ, ਪਾਣੀ ਦਾ ਪਿਆਸਾ ਮਰ ਜਾਂਦਾ, ਇਸ ਤਰ੍ਹਾਂ ਹੀ ਇਹ ਲਾਲਸਾ ਕਿ ਇਹਨਾਂ ਦੇ ਮੋਹ 'ਚ ਗਰਸਿਆ ਹੋਇਆਂ ਪੁੱਤਰ ਪੈਦਾ ਹੋ ਜਾਏ, ਧਰਮ ਪਤਨੀ ਪਹਿਲਾਂ ਹੋਵੇ, ਉਹਦੇ ਨਾਲ ਮੋਹ, ਫਿਰ ਪੁੱਤਰ ਪੈਦਾ ਹੋਇਆ, ਮਾਤਾ ਪਿਤਾ ਭੈਣਾਂ ਭਰਾਵਾਂ ਸਾਰਿਆਂ ਨਾਲ ਮੋਹ ਹੈ ਤੇ ਲੱਭਦਾ ਇੱਥੋਂ ਸੁੱਖ।
ਸੁਖ ਰੂਪੀ ਪਾਣੀ, ਪਰ ਪਾਣੀ ਹੈ ਹੀ ਨਹੀਂ, ਸੁਖ ਹੈ ਹੀ ਨਹੀਂ ਹੈ। ਹਜ਼ੂਰ ਨੇ ਕਿਹਾ ਵੀ ਕਿਤੇ ਵੀ ਸੁਖ ਨਹੀਂ ਡਿੱਠਾ, ਸਭ ਸੰਸਾਰ ਸੁਖ ਨਾ ਨਾਮ ਬਿਨ। ਪਾਣੀ ਤੋਂ ਬਗੈਰ ਹੀ ਉਸ ਸੁਖ ਦੀ ਭਾਲ ਵਿੱਚ ਬੰਦਾ ਮਾਨੋ ਡੁੱਬ ਮਰਿਆ। ਡੂਬ ਮੋਏ ਬਿਨ ਪਾਣੀ ਗਤ ਨਹੀਂ ਜਾਣੇ। ਸੁਖਾ ਰੂਪੀ ਪਾਣੀ ਤੋਂ ਬਗੈਰ ਪ੍ਰਾਪਤ ਨਾ ਹੋਣ ਤੇ ਡੁੱਬ ਕੇ ਮਰ ਗਏ ਸੰਸਾਰ ਸਮੁੰਦਰ ਵਿੱਚ, ਜਿੱਥੇ ਪਦਾਰਥਾਂ ਰੂਪੀ ਪਾਣੀ ਭਰਿਆ ਹੋਇਆ। ਗਤ ਨਹੀਂ ਜਾਣੀ, ਉੱਚੀ ਆਤਮਿਕ ਅਵਸਥਾ ਨੂੰ ਨਹੀਂ ਜਾਣਿਆ। ਗਤ ਪਰਮਾਤਮਾ ਦੀ ਪ੍ਰਾਪਤੀ ਨੂੰ ਨਹੀਂ ਜਾਣਿਆ ਕਿਵੇਂ ਹੁੰਦੀ ਹੈ। ਇਸੇ ਤਰ੍ਹਾਂ ਗਤ ਨਹੀਂ ਜਾਣੀ, ਮਹਿਮਾ ਨਹੀਂ ਜਾਣੀ ਵਾਹਿਗੁਰੂ ਦੀ। ਹਉਮੈ ਧਾਤ ਸੰਸਾਰੇ, ਸੋ ਇਹ ਸੰਸਾਰ ਸਾਰਾ ਹਉਮੈ ਕਰਕੇ ਧਾਤ ਦੌੜ ਭੱਜ ਕਰਦਾ, ਧੌਣੀਆਂ ਧੌਂਦਾ, ਤੇ ਧਾਤ ਨਾ ਮਾਇਆ ਦਾ। ਸੋ ਇਸ ਪ੍ਰਕਾਰ ਇਹ ਸੰਸਾਰ ਧਾਤ ਮਾਇਆ ਤੇ ਹਉਮੈ ਵਿੱਚ ਹੀ ਫਸਿਆ ਹੋਇਆ ਹੈ। ਜੋ ਆਇਆ ਸੋ ਸਭ ਕੋ ਜਾਸੀ। ਜੋ ਵੀ ਇਸ ਸੰਸਾਰ ਤੇ ਆਇਆ ਹੈ ਸਭ ਕੁਝ ਚਲਾ ਜਾਏਗਾ। ਭਾਵ ਵਿਅਰਥ ਹੀ ਜੀਵਨ ਗੁਜ਼ਾਰ ਕੇ ਸਾਰੇ ਚਲੇ ਜਾਣਗੇ, ਜਾਂ ਜਾਸੀ ਦਾ ਅਰਥ ਕੀਤਾ ਚਲਾ ਜਾਏਗਾ, ਫਸ ਜਾਏਗਾ। ਜੋ ਆਇਆ ਸੋ ਸਭ ਕੋ ਜਾਸੀ, ਸਭ ਕੁਝ ਜਿੰਨੇ ਵੀ ਜੀਵ ਆਏ ਸਭ ਕੋਈ ਫਾਸੀ ਜਾਣਗੇ ਇਸ ਮਾਇਆ 'ਚ। ਉਭਰੇ ਗੁਰ ਵਿਚਾਰੇ, ਉਭਰੇ ਮੈਨੇ ਬਚੇ। ਜਿਨ੍ਹਾਂ ਨੇ ਸਤਿਗੁਰੂ ਦੀ ਵਿਚਾਰ ਨੂੰ ਅੰਦਰ ਗ੍ਰਹਿਣ ਕਰ ਲਿਆ ਨਾ, ਵਸਾ ਲਿਆ, ਉਹ ਗੁਰੂ ਦੇ ਉਪਦੇਸ਼ ਨੂੰ ਵਿਚਾਰਨ ਵਾਲੇ ਉਭਰੇ ਬਚ ਗਏ। ਮਨ ਕਰਕੇ ਜਿਨ੍ਹਾਂ ਵਿਚਾਰਿਆ। ਗੁਰਮੁਖ ਹੋਵੇ ਰਾਮ ਨਾਮ ਵਖਾਣਾ। ਜੋ ਸਤਿਗੁਰੂ ਮਹਾਰਾਜ ਦੇ ਅਨੁਸਾਰੀ ਹੋ ਜਾਂਦਾ, ਗੁਰੂ ਦੇ ਆਖੇ ਲੱਗ ਜਾਂਦਾ ਹੈ, ਗੁਰੂ ਨੂੰ ਮੁੱਖ ਰੱਖ ਕੇ ਚੱਲਦਾ ਹੈ, ਰਾਮ ਨਾਮ ਵਖਾਣਾ। ਉਹਦੀ ਅਵਸਥਾ ਹੈ ਕਿ ਉਹ ਮੁੱਖ ਤੋਂ ਹਮੇਸ਼ਾ ਵਾਹਿਗੁਰੂ ਜੀ ਦੇ ਨਾਮ ਨੂੰ ਵਖਾਣਾ, ਬੋਲਦਾ, ਕਥਨ ਕਰਦਾ ਹੈ, ਜਪਦਾ ਹੈ। ਆਪ ਤਰੈ ਕੁਲ ਤਾਰੇ, ਉਹ ਆਪ ਤੇ ਸੰਸਾਰ ਤੋਂ ਤਰਦਾ ਹੀ ਹੈ। ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲਵੇਗਾ, ਸੰਸਾਰ ਤੋਂ ਪਾਰ ਕਰ ਲਵੇਗਾ। ਨਾਨਕ ਨਾਮ ਵਸੈ ਘਾਟੇ ਅੰਤਰ, ਗੁਰਮਤਿ ਮਿਲੇ ਪਿਆਰੇ। ਸਤਿਗੁਰੂ ਦਾਤਾ ਜੀ ਕਹਿੰਦੇ ਨੇ ਕਿ ਜਿਹਦੇ ਘਟ ਹਿਰਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਵਸ ਜਾਂਦਾ ਹੈ, ਗੁਰੂ ਦੀ ਮੱਤ ਸਿੱਖਿਆ ਦੁਆਰਾ ਵਾਹਿਗੁਰੂ ਪਿਆਰੇ ਅਕਾਲ ਪੁਰਖ ਜੀ ਉਸ ਨੂੰ ਮਿਲ ਪਏ। ਗੁਰਮਤਿ ਮਿਲੇ ਪਿਆਰੇ, ਉਹ ਪਿਆਰੇ ਗੁਰਮਤਿ ਦੇ ਧਾਰਨੀ ਬਣ ਕੇ ਵਾਹਿਗੁਰੂ ਨੂੰ ਮਿਲੇ ਹਨ। ਰਾਮ ਨਾਮ ਬਿਨ ਕੋ ਥਿਰ ਨਾਹੀ ਜੀਓ, ਬਾਜੀ ਹੈ ਸੰਸਾਰਾ। ਹਜ਼ੂਰ ਫਰਮਾਉਂਦੇ ਨੇ, ਸਿੱਖਾ ਜਿੱਥੇ ਤੂੰ ਚਿੱਤ ਲਾਇਆ ਹੋਇਆ ਨਾ, ਇਹ ਸਾਰਾ ਹੀ ਸੰਸਾਰ ਇੱਕ ਬਾਜੀਗਰ ਦੀ ਬਾਜੀ ਹੈ, ਇਹ ਖੇਲ ਤਮਾਸ਼ਾ ਹੈ। ਹਜ਼ੂਰ ਨੇ ਫਰਮਾਇਆ, ਜਿਉਂ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ। ਜਿਵੇਂ ਸੁਪਨਾ ਝੂਠਾ ਹੈ, ਜਿਵੇਂ ਪੇਖਣਾ ਤਮਾਸ਼ਾ ਝੂਠਾ ਹੈ, ਜਗ ਨੂੰ ਇਸੇ ਤਰ੍ਹਾਂ ਦਾ ਜਾਣ। ਐਸੋ ਇਹ ਸੰਸਾਰ ਪੇਖਣਾ, ਕਬੀਰ ਜੀ, ਰਹਿਣ ਨਾ ਕੋ ਪਈ ਹੈ ਰੇ। ਕੋਈ ਰਹਿਣਾ ਨਹੀਂ ਪ੍ਰਾਪਤ ਕਰਦਾ ਇੱਥੇ। ਸੂਧੇ ਸੂਧੇ ਰੇਗ ਚਲੋ ਤੁਮ ਨਤਰ ਕੋ ਧੱਕਾ ਦੇਵਈ ਹੈ ਰੇ। ਸਿੱਧੇ ਸਿੱਧੇ ਅੱਗੇ ਨੂੰ ਚੱਲੋ ਵਾਹਿਗੁਰੂ ਦੀ ਪ੍ਰਾਪਤੀ ਵਾਲੇ ਰਸਤੇ 'ਤੇ, ਨਤਰ ਨਹੀਂ ਤਾਂ ਖੋਟਾ ਧੱਕਾ ਪ੍ਰਾਪਤ ਹੋਵੇਗਾ। ਸੰਸਾਰ ਸਮੁੰਦਰ ਵਿੱਚ ਬੜੇ ਖੋਟੇ ਢੰਗ ਨਾਲ ਧੱਕਾ ਵਜੇਗਾ, ਡੁੱਬ ਜਾਓਗੇ। ਸੋ ਬਾਰੇ ਬੁੱਢੇ ਤਰਨੇ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਕੀ ਬਾਲਕ, ਕੀ ਬੁੱਢੇ, ਕੀ ਜਵਾਨ, ਸਾਰਿਆਂ ਨੂੰ ਜਮ ਲੈ ਜਾਂਦਾ। ਮਾਨਸ ਬੱਪਰਾ ਮੂਸਾ ਕੀਨੋ, ਇਹ ਮਨੁੱਖ ਵਿਚਾਰਾ ਰੱਬ ਨੇ ਚੂਹਾ ਬਣਾਇਆ ਹੋਇਆ। ਮੀਚ ਬਿਲਈਆ ਖਈ ਹੈ ਰੇ। ਮੀਚ ਮੌਤ ਜਿਹੜੀ ਹੈ, ਇਹ ਬਿੱਲਾ ਬਣ ਕੇ ਜਾਂ ਬਿੱਲੀ ਬਣ ਕੇ ਇਹਨੂੰ ਖਾ ਜਾਂਦੀ ਹੈ। ਮੌਤ ਰੂਪੀ ਬਿੱਲਾ ਖਾ ਜਾਂਦਾ ਇਸ ਨੂੰ, ਚੂਹੇ ਨੂੰ। ਇਸ ਪ੍ਰਕਾਰ ਹਜ਼ੂਰ ਕਹਿੰਦੇ, ਰਾਮ ਨਾਮ ਬਿਨ ਕੋ ਥਿਰ ਨਾਹੀ। ਰਮੇ ਹੋਏ ਰਾਮ ਪਰਮਾਤਮਾ ਤੋਂ ਬਗੈਰ ਕੋਈ ਸਥਿਰ ਨਹੀਂ ਹੈ, ਟਿਕੇ ਰਹਿਣ ਵਾਲਾ ਨਹੀਂ ਹੈ। ਇਹ ਸੰਸਾਰ ਤਾਂ ਬਾਜੀ ਹੈ, ਤਮਾਸ਼ਾ ਹੈ। ਬਾਜੀਗਰੀ ਸੰਸਾਰ ਕਬੀਰਾ, ਚੇਤ ਢਾਲ ਪਾਸਾ। ਸੋ ਇਸ ਪ੍ਰਕਾਰ ਦ੍ਰਿੜ ਭਗਤ ਸੱਚੀ ਜੀਓ, ਸੱਚੀ ਭਾਵਨਾ ਵਾਲੀ ਜਿਹੜੀ ਭਗਤੀ ਹੈ ਨਾ ਵਾਹਿਗੁਰੂ ਜੀ ਦੀ, ਉਹ ਆਪਣੇ ਹਿਰਦੇ 'ਚ ਦ੍ਰਿੜ ਕਰ। ਵਿਖਾਵਾ ਨਹੀਂ, ਪਖੰਡ ਨਹੀਂ, ਸੱਚੀ ਭਗਤੀ। ਵਾਹਿਗੁਰੂ ਤੇ ਸੱਚ ਨਿਸ਼ਚਾ ਕਰਕੇ ਭਗਤੀ ਕਰਨ। ਰਾਮ ਨਾਮ ਵਪਾਰਾ, ਰਾਮ ਦਾ ਨਾਮ ਜਪਣਾ ਤੇ ਇਸ ਨਾਮ ਦਾ ਵਪਾਰ ਕਰਨਾ ਹੈ। ਰਾਮ ਨਾਮ ਵਪਾਰਾ ਅਗਮਾ ਪਾਰਾ। ਰਾਮ ਦੇ ਨਾਮ ਦਾ ਵਪਾਰ, ਜਿਸ ਦਾ ਫਲ ਕਿੰਨਾ ਕਿ ਅਪਹੁੰਚ ਹੈ, ਬਹੁਤ ਵੱਡਾ ਫਲ ਹੈ। ਅਪਾਰਾ ਬੇਅੰਤ, ਅਜ ਦਾ ਪਾਰ ਉਰਾਰ ਨਹੀਂ। ਗੁਰਮਤੀ ਧਨ ਪਾਈ ਹੈ, ਇਹ ਧਨ ਜਿਹਦੀ ਮਹਿਮਾ ਨਹੀਂ ਦੱਸੀ ਜਾ ਸਕਦੀ। ਗੁਰੂ ਦੀ ਮੱਤ ਸਿੱਖਿਆ ਦੁਆਰਾ ਇਹ ਨਾਮ ਰੂਪੀ ਧਨ ਪ੍ਰਾਪਤ ਕਰੀਦਾ ਸਤਿਗੁਰਾਂ ਦੇ ਕੋਲੋਂ। ਸੇਵਾ ਸੁਰਤ ਭਗਤ ਇਹ ਸਾਚੀ,
ਕਿਹੜੀ ਭਗਤੀ ਸੱਚੀ ਹੈ? ਹਜ਼ੂਰ ਕਹਿੰਦੇ ਹਨ ਕਿ ਸੇਵਾ ਕਰਨੀ, ਸਤਿਗੁਰਾਂ ਦੀ ਟਹਿਲ ਕਰਨੀ, ਅਤੇ ਸੁਰਤ ਜਿਹੜੀ ਹੈ ਇਹ ਵਾਹਿਗੁਰੂ ਨਾਲ ਜੋੜਨੀ, ਇਹ ਸੱਚੀ ਭਗਤੀ ਹੈ। ਖਲਕਤ ਦੀ ਸੇਵਾ ਕਰਨ, ਜਿਹੜਾ ਸੰਸਾਰ ਦੇ ਲੋਕ ਨੇ ਸਭਨਾਂ 'ਚ ਰੱਬ ਦੀ ਜੋਤ ਜਾਣ ਕੇ ਸਭ ਦੀ ਸੇਵਾ ਕਰਨੀ, ਵਾਹਿਗੁਰੂ ਦੀ ਸਤਿਗੁਰਾਂ ਦੀ ਸ਼ਰਨ 'ਚ ਰਹਿਣਾ, ਅਤੇ ਸੁਰਤ ਜੋ ਹੈ ਇਹ ਸ਼ਬਦ ਨਾਲ ਜੋੜਨੀ, ਵਾਹਿਗੁਰੂ ਦੇ ਨਾਮ ਨਾਲ ਜੋੜਨੀ, ਇਹ ਸੱਚੀ ਭਗਤੀ ਹੈ। ਵਿੱਚੋਂ ਆਪ ਗਵਾਈਆ ਇਸ ਰਾਹ 'ਤੇ ਚੱਲ ਕੇ ਆਪਣੇ ਹਿਰਦੇ ਦੇ ਅੰਦਰੋਂ ਜਿਹੜਾ ਆਪਾ ਭਾਵ ਹੈ, ਆਪ ਹੰਕਾਰ, ਇਹ ਗਵਾ ਲਈਦਾ ਹੈ। ਹਮ ਮਤਹੀਣ ਮੂਰਖ ਮੁਗਧ ਅੰਧੇ ਸਤਿਗੁਰ ਮਾਰਗ ਪਾਏ। ਕਹਿੰਦੇ ਅਸੀਂ ਚੰਗੀ ਮੱਤ ਤੋਂ ਹੀਣੇ ਸੀ, ਸਾਡੀ ਮੱਤ ਅਕਲ ਨਹੀਂ ਸੀ ਚੰਗੀ, ਬੁੱਧੀ ਨਹੀਂ ਸੀ ਚੰਗੀ, ਅਤੇ ਸ਼ਾਸਤਰ ਗਿਆਨ ਵੱਲੋਂ ਵੀ ਅਸੀਂ ਮੂਰਖ ਸੀ, ਅਤੇ ਇਸ ਤਰ੍ਹਾਂ ਪਰਮਾਰਥ ਵੱਲੋਂ ਵੀ ਮੁਗਧ ਬੇਸਮਝ ਸਾਂ ਅਸੀਂ, ਅਤੇ ਇਸ ਪ੍ਰਕਾਰ ਜਿਹੜਾ ਆਤਮ ਗਿਆਨ ਹੈ ਉਹਦੇ ਵੱਲੋਂ ਵੀ ਅੰਧੇ ਸੀ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਸਹੀ ਜੀਵਨ ਦਾ ਮਾਰਗ ਹੈ, ਭਗਤੀ ਭਾਵਨਾ ਵਾਲਾ, ਉਸ ਮਾਰਗ 'ਤੇ ਸਾਨੂੰ ਪਾਇਆ। ਨਾਨਕ ਗੁਰਮੁਖ ਸ਼ਬਦ ਸੁਹਾਵੇ, ਅਨ ਦਿਨ ਹਰ ਗੁਣ ਗਾਏ। ਸਤਿਗੁਰੂ ਦਾਤਾ ਅਮਰਦਾਸ ਕਹਿ ਰਹੇ ਨੇ ਕਿ ਗੁਰੂ ਮਹਾਰਾਜ ਦੇ ਮੁਖ ਤੋਂ ਉਪਦੇਸ਼ ਸੁਣ ਕੇ ਉਸ ਦੇ ਅਨੁਸਾਰੀ ਹੋ ਕੇ ਜੋ ਚੱਲੇ, ਗੁਰੂ ਦੇ ਸ਼ਬਦ ਦੁਆਰਾ ਉਹ ਸੁਹਾਵੇ ਸ਼ੋਭਨੀਕ ਬਣ ਗਏ, ਸ਼ੋਭਾ ਵਾਲੇ ਬਣ ਗਏ, ਸ਼ੋਭਾ ਪਾਉਣ ਲੱਗ ਪਏ, ਦੋਵਾਂ ਜਹਾਨਾਂ ਦੀ ਸ਼ੋਭਾ ਮਿਲੀ। ਅਨ ਦਿਨ ਹਰ ਗੁਣ ਗਾਏ, ਕਿਉਂਕਿ ਰਾਤ ਦਿਨ ਉਹਨਾਂ ਨੇ ਹਰੀ ਪਰਮਾਤਮਾ ਦੇ ਗੁਣ ਗਾਏ ਹਨ। ਆਪ ਕਰਾਏ ਕਰੇ ਆਪ ਜੀਓ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਲਪਗਤਾ ਬਿਆਨ ਕਰਦੇ ਹੋਏ ਤੇ ਵਾਹਿਗੁਰੂ ਦੀ ਸਰਬਗਤਾ ਬਿਆਨ ਕਰਦੇ ਬਚਨ ਕਰ ਰਹੇ। ਆਪ ਹੀ ਪਰਮਾਤਮਾ ਕਰਾਉਂਦਾ ਸਭ ਕੁਝ ਜੀਆਂ ਤੋਂ, ਤੇ ਵਿੱਚ ਹੋ ਕੇ ਵਿਆਪਕ ਹੋ ਕੇ ਸਭ ਕੁਝ ਕਰਨ ਵਾਲਾ ਵੀ ਆਪ ਹੀ ਆ ਭਾਈ। ਆਪੇ ਸ਼ਬਦ ਸਵਾਰੇ, ਆਪ ਹੀ ਗੁਰੂ ਦੇ ਸ਼ਬਦ ਨਾਲ ਜੋੜ ਕੇ ਸਵਾਰਨ ਵਾਲਾ, ਜਿਸ ਨੂੰ ਵੀ ਸਵਾਰਨਾ ਸਵਾਰ ਹੀ ਦਿੰਦਾ। ਆਪੇ ਸਤਿਗੁਰ ਆਪ ਸ਼ਬਦ ਜੀਓ। ਕਹਿੰਦੇ ਵਾਹਿਗੁਰੂ ਪਰਮਾਤਮਾ ਆਪ ਹੀ ਸਤਿਗੁਰੂ ਰੂਪ ਹੋਇਆ, ਅਤੇ ਗੁਰਾਂ ਦੇ ਮੁਖ ਤੋਂ ਜਿਹੜਾ ਸ਼ਬਦ ਉਚਾਰਿਆ ਗਿਆ ਇਹ ਸ਼ਬਦ ਰੂਪ ਵੀ ਵਾਹਿਗੁਰੂ ਆਪ ਹੀ ਹੈ। ਜਾਂ ਇੰਝ ਕਹੋ ਕਿ ਆਪ ਹੀ ਸਤਿਗੁਰੂ ਨਾਲ ਮਿਲਾਉਣ ਵਾਲਾ ਹੈ, ਆਪ ਹੀ ਸਤਿਗੁਰਾਂ ਦੁਆਰਾ ਸ਼ਬਦ ਦੀ ਦਾਤ ਦੇਣ ਵਾਲਾ। ਜੁਗ ਜੁਗ ਭਗਤ ਪਿਆਰੇ, ਹਰ ਇੱਕ ਯੁੱਗ ਯੁੱਗ ਦੇ ਅੰਦਰ ਉਸ ਨੂੰ ਭਗਤ ਪਿਆਰੇ ਲੱਗਦੇ ਨੇ। ਹਰੇਕ ਯੁੱਗ ਅੰਦਰ ਉਸ ਪਿਆਰੇ ਦੇ ਭਗਤ ਹੋਏ ਨੇ। ਜੁਗ ਜੁਗ ਭਗਤ ਪਿਆਰੇ ਹਰਿ ਆਪ ਸਵਾਰੇ। ਜਿਹੜੇ ਜੁਗਾਂ ਜੁਗਾਂ ਅੰਦਰ ਵਾਹਿਗੁਰੂ ਦੇ ਪਿਆਰੇ ਭਗਤ ਹੋਏ ਨੇ, ਹਰੀ ਨੇ ਆਪ ਉਹ ਸਵਾਰੇ ਹੋਏ ਨੇ। ਆਪ ਸ਼ੁਭ ਗੁਣਾਂ ਨਾਲ ਸਤਿਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੂੰ ਸਵਾਰਿਆ ਹੋਇਆ ਹੈ। ਆਪੇ ਭਗਤੀ ਲਾਏ, ਆਪ ਹੀ ਭਗਤੀ 'ਚ ਲਾਉਣ ਵਾਲਾ, ਇਹ ਭਾਵਨਾ ਪੈਦਾ ਕਰਨ ਵਾਲਾ ਆਪ ਹੀ ਹੈ। ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ। ਆਪ ਹੀ ਦਾਨਾ ਜਾਣਕਾਰ ਹੈ, ਹਿਰਦਿਆਂ ਦੀਆਂ ਗੁਪਤ ਗੱਲਾਂ ਨੂੰ ਜਾਣਨ ਵਾਲਾ। ਆਪ ਹੀ ਬੀਨਾ ਵੇਖਣ ਵਾਲਾ, ਸਾਰਿਆਂ ਨੂੰ ਮਤਲਬ ਪਛਾਣਨ ਵਾਲਾ ਹੈ, ਅਤੇ ਆਪੇ ਸੇਵ ਕਰਾਏ। ਆਪ ਹੀ ਬਖਸ਼ਿਸ਼ ਕਰਕੇ ਆਪਣੀ ਸੇਵਾ ਭਗਤੀ ਕਰਾਉਣ ਵਾਲਾ। ਆਪੇ ਗੁਣ ਦਾਤਾ ਅਵਗੁਣ ਕਾਟੇ। ਆਪ ਹੀ ਸਮੂਹ ਸ਼ੁਭ ਗੁਣਾਂ ਦਾ ਦਾਤਾ ਹੈ ਵਾਹਿਗੁਰੂ, ਅਤੇ ਆਪ ਸ਼ੁਭ ਗੁਣ ਬਖਸ਼ ਕੇ ਅਤੇ ਸਿੱਖਾਂ ਦੇ ਸੇਵਕਾਂ ਭਗਤਾਂ ਦੇ ਹਿਰਦਿਆਂ 'ਚੋਂ ਅਵਗੁਣਾਂ ਨੂੰ ਕੱਟਣ ਵਾਲਾ ਹੈ। ਹਿਰਦੈ ਨਾਮ ਵਸਾਏ, ਅਵਗੁਣ ਕੱਟ ਕੇ ਆਪ ਹੀ ਹਿਰਦਿਆਂ ਵਿੱਚ ਨਾਮ ਵਸਾਉਣ ਵਾਲਾ। ਨਾਨਕ ਸਦ ਬਲਿਹਾਰੀ ਸੱਚੇ ਵਿਟੋ, ਆਪੇ ਕਰੇ ਕਰਾਏ। ਦਾਤਾ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਸਦ ਸੈਂਕੜੇ ਵਾਰ ਸਦ ਹਮੇਸ਼ਾ ਸਦੀਵੀ ਕਾਲ ਲਈ ਐਸੇ ਸੱਚੇ ਵਾਹਿਗੁਰੂ ਤੋਂ ਅਸੀਂ ਬਲਿਹਾਰ ਕੁਰਬਾਨ ਸਦਕੇ ਜਾਂਦੇ ਹਾਂ, ਜੋ ਆਪ ਹੀ ਕਰਨ ਵਾਲਾ ਜਗਤ ਨੂੰ ਪੈਦਾ, ਅਤੇ ਹੁਣ ਵੀ ਸਾਰੀ ਕਿਰਿਆ ਜਗਤ ਕੋਲੋਂ ਕਰਾਉਣ ਵਾਲਾ ਆਪ ਹੀ ਹੈ। ਗੌੜੀ ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਮਹਾਰਾਜ ਗੌੜੀ ਰਾਗਣੀ ਅੰਦਰ ਅਗਲਾ ਸ਼ਬਦ ਉਚਾਰਦੇ ਹਨ, ਗੁਰ ਕੀ ਸੇਵਾ ਕਰ ਪਿਰਾ ਜੀਓ। ਫਿਰ ਉਂਝ ਕਹਿੰਦੇ ਨੇ ਪਤੀ ਨੂੰ, ਪਰ ਇੱਥੇ ਪਿਰਾ ਸ਼ਬਦ ਦੇ ਸਾਰੇ ਵਿਦਵਾਨਾਂ ਅਰਥ ਕੀਤੇ ਨੇ ਪ੍ਰਿਆ, ਪਿਆਰਾ। ਭਾਵ ਆਪਣੇ ਮਨ ਨੂੰ, ਆਪਣੀ ਜਿੰਦ ਨੂੰ ਕਹਿਣਾ, ਹੈ ਪਿਆਰੀ ਜਿੰਦੇ, ਸਤਿਗੁਰੂ ਮਹਾਰਾਜ ਜੀ ਦੀ ਟਹਿਲ ਸੇਵਾ ਕਰਿਆ ਕਰ, ਅਤੇ ਹਰ ਨਾਮ ਧਿਆਏ। ਸਤਿਗੁਰੂ ਦੇ ਆਖੇ ਲੱਗ, ਸਤਿਗੁਰੂ ਦੀ ਸ਼ਰਨ ਪੈ ਕੇ ਨਾਮ ਦੀ ਪ੍ਰਾਪਤੀ ਕਰ, ਅਤੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਧਿਆ ਸਿਮਰਿਆ ਕਰ। ਮੰਨਿਓ ਦੂਰ ਨਾ ਜਾਹੇ ਪਿਰਾ ਜੀਓ। ਹੈ ਮੇਰੀ ਪਿਆਰੀ ਜਿੰਦੇ, ਪਿਆਰੇ ਮਨ, ਮੰਨਿਓ ਆਪਣੇ ਆਪ ਵਿੱਚੋਂ ਦੂਰ ਨਾ ਜਾ ਕਿਧਰੇ। ਭਾਵ ਜਿਹੜਾ ਮਨ ਬਾਹਰ ਨੂੰ ਦੌੜਦਾ ਭੱਜਦਾ
ਫਰੀਦ ਜੀ ਨੇ ਕਿਹਾ ਜੰਗਲ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ। ਮਨ ਨੂੰ ਸਮਝਾਇਆ ਵੀ ਬਾਹਰ ਜੰਗਲਾਂ ਵਿੱਚ ਕੀ ਪਾਉਂਦਾ ਫਿਰਦਾ, ਬਿਰਛਾਂ ਦੇ ਕੰਡੇ ਮਿੱਧਦਾ ਫਿਰਦਾ। ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ, ਜੰਗਲਾਂ 'ਚ ਕੀ ਢੂੰਡਦਾ, ਰੱਬ ਤਾਂ ਹਿਆਲੀ ਹੈ, ਹਿਰਦੇ 'ਚ ਹੀ ਵਸਦਾ ਤੇਰੇ। ਸੋ ਇਸ ਪ੍ਰਕਾਰ ਵਾਹਿਗੁਰੂ ਅਕਾਲ ਪੁਰਖ ਦੇ ਉੱਤੇ ਵਿਸ਼ਵਾਸ ਕਰਕੇ ਉਸ ਨੂੰ ਜਪਣ ਦੀ ਲੋੜ ਹੈ, ਬਿਰਤੀ ਜੋੜਨ ਦੀ ਲੋੜ ਹੈ, ਨਿਸ਼ਚਾ ਕਰਨ ਦੀ ਲੋੜ ਹੈ। ਜਿਵੇਂ ਹਜ਼ੂਰ ਨੇ ਕਿਹਾ ਜੋਗ ਨਾ ਭਗਵੀ ਕੱਪੜੇ, ਜੋਗ ਨਾ ਮੈਲੇ ਵੇਸ, ਨਾਨਕ ਘਰ ਬੈਠਿਆ ਜੋਗ ਪਾਈਐ ਸਤਿਗੁਰ ਕੈ ਉਪਦੇਸ। ਇਹ ਘਰ 'ਚ ਬੈਠਿਆ ਦੁਨੀਆ 'ਚ ਰਹਿਣਾ, ਹਿਰਦੇ ਘਰ ਵਿੱਚ ਬਹਿਣਾ, ਬਾਹਰ ਨੂੰ ਭੱਜਣਾ ਦੌੜਨਾ ਮੁਕਾਉਣਾ। ਸੋ ਹਜ਼ੂਰ ਕਹਿੰਦੇ ਨੇ ਮੰਨਿਓ ਦੂਰ ਨਾ ਜਾਹੇ ਪਿਰਾ ਜੀ, ਹੇ ਪਿਆਰੇ ਮਨ ਜੀ, ਇਹ ਪਿਆਰੀ ਜਿੰਦ ਆਪਣੇ ਆਪ ਵਿੱਚੋਂ ਮੰਝ, ਆਪਣੇ ਆਪ ਵਿੱਚੋਂ ਬਾਹਰ ਦੂਰ ਨਾ ਜਾ। ਘਰ ਬੈਠਿਆ ਹਰ ਪਾਏ, ਘਰ ਹਿਰਦੇ 'ਚ ਬੈਠਿਆ ਹਰੀ ਅਕਾਲ ਪੁਰਖ ਦੀ ਪ੍ਰਾਪਤੀ ਕਰ। ਘਰ ਬੈਠਿਆ ਹਰ ਪਾਏ ਸਦਾ ਚਿਤ ਲਾਏ, ਹਿਰਦੇ ਘਰ 'ਚ ਬੈਠਿਆਂ ਕਿਸ ਤਰ੍ਹਾਂ ਹਰੀ ਨੂੰ ਪ੍ਰਾਪਤ ਕੀਤਾ ਜਾਂਦਾ, ਸਦਾ ਵਾਹਿਗੁਰੂ ਜੀ ਦੇ ਨਾਲ ਚਿੱਤ ਲਾ ਕੇ ਰਹੋ। ਭਾਵੇਂ ਘਰ 'ਚ ਹੀ ਬੈਠੇ ਹੋਏ ਆ, ਪ੍ਰਤੱਖ ਘਰ 'ਚ, ਹਿਰਦੇ ਘਰ 'ਚ ਬੈਠਿਆਂ ਸਦਾ ਚਿੱਤ ਲਾ ਕੇ ਵਾਹਿਗੁਰੂ ਦੇ ਨਾਮ ਨਾਲ, ਸੋ ਫਿਰ ਤੁਸੀਂ ਪ੍ਰਾਪਤੀ ਕਰੋਗੇ। ਸਹਿਜੇ ਸਤ ਸੁਭਾਏ, ਸਹਿਜੇ ਮਾਨਸਿਕ ਅਡੋਲਤਾ ਵਾਲੀ ਅਵਸਥਾ 'ਚ ਤੇ ਸਤ ਸਰੂਪ ਪਰਮੇਸ਼ਰ ਦੇ ਸ੍ਰੇਸ਼ਟ ਪ੍ਰੇਮ ਨੂੰ ਧਾਰਨ ਕਰਕੇ। ਗੁਰ ਕੀ ਸੇਵਾ ਖਰੀ ਸੁਖਾਲੀ, ਜਿਹੜੀ ਮਨਮੁਖਾਂ ਦੀ ਸੇਵਾ ਹੈ ਉਹਦੇ ਬਾਰੇ ਹਜ਼ੂਰ ਨੇ ਕਿਹਾ ਮਨਮੁਖ ਸੇਵਾ ਖਰੀ ਦੁਹੇਲੀ ਤੇ ਸਾਧ ਕੀ ਸੇਵਾ ਸਦਾ ਸੁਹੇਲੀ। ਜੋ ਰੱਬ ਦੀ ਬੰਦਗੀ ਵਾਲੇ ਸਾਧੂ ਨੇ ਉਹਨਾਂ ਦੀ ਸੇਵਾ ਸਦਾ ਸੁਖਦਾਈ, ਤੇ ਸਤਿਗੁਰਾਂ ਦੀ ਸੇਵਾ ਤੇ ਬਹੁਤ ਹੀ ਮਹਾਨ ਹੈ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਸੋ ਹਜ਼ੂਰ ਇੱਥੇ ਵਚਨ ਫਰਮਾ ਰਹੇ ਨੇ ਕਿ ਗੁਰ ਕੀ ਸੇਵਾ ਖਰੀ ਸੁਖਾਲੀ, ਸੁਖਾਲੀ ਚੰਗੀ ਬਹੁਤੀ ਸੁਖਾਲੀ ਸੁਖ ਦੇਣ ਵਾਲੀ ਹੈ, ਪਰ ਜਿਸ ਨੂੰ ਆਪ ਕਰਾਏ। ਹਜ਼ੂਰ ਕਹਿੰਦੇ ਨੇ ਜਿਸ ਦੇ ਤਾਈਂ ਇਹ ਸੇਵਾ ਵਾਹਿਗੁਰੂ ਆਪ ਬਖਸ਼ਿਸ਼ ਕਰਕੇ ਕਰਾਵੇ ਉਹੀ ਕਰ ਸਕਦਾ। ਸਤਿਗੁਰੂ ਦੀ ਚਰਣੀ ਲੱਗ ਕੇ ਸੇਵਾ ਕਮਾਉਣੀ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੁੰਦੀ। ਨਾਮੋ ਬੀਜੇ ਨਾਮੋ ਜੰਮੈ, ਜਿਹੜਾ ਸਤਿਗੁਰੂ ਦੀ ਸੇਵਾ ਕਰਦਾ ਉਹ ਆਪਣੇ ਹਿਰਦੇ ਦੇ ਖੇਤ ਅੰਦਰ ਨਾਮ ਨੂੰ ਬੀਜਦਾ ਹੈ, ਤੇ ਜੇ ਬੀਜਿਆ ਨਾਮ ਹੈ ਤੇ ਨਾਮ ਹੀ ਉਗੇਗਾ। ਨਾਮ ਹੀ ਜੰਮਣਾ ਦਾ ਅਰਥ ਹੈ ਉਗਣਾ। ਜਿਵੇਂ ਕਹਿੰਦੇ ਨੇ ਨਾ ਮਹਾਂਪੁਰਸ਼ ਦਾਨੇ ਭਈ ਸਤਿਗੁਰੂ ਦੀ ਬਾਣੀ ਦਾ ਨਿਤਨੇਮ ਰੋਜ਼ ਕਰਨ ਦਾ ਫਲ ਇਹ ਹੈ ਭਈ ਹਿਰਦੇ ਦੇ ਅੰਦਰ ਜਿਹੜਾ ਨਾਮ ਦਾ ਬੀਜ ਬੀਜਿਆ ਜਾਂਦਾ ਤੇ ਸ਼ਰਧਾ ਦੀ ਜੜ ਲੱਗਦੀ ਹੈ ਤੇ ਪ੍ਰੇਮ ਦੇ ਅੰਕੁਰ ਫੁੱਟਦੇ ਨੇ, ਸਤ ਸੰਤੋਖ ਦੇ ਪੱਤਰੇ ਨਿਕਲ ਆਉਂਦੇ ਨੇ। ਕਰੁਣਾ ਮੁਦਤਾ ਮੈਤਰੀ ਅਪੇਖਿਆ ਗੁਰਮੁਖਾਂ ਵਾਲੇ 4 ਸ਼ੁਭ ਗੁਣ ਇਹ ਟਾਹਣੀਆਂ ਹਨ ਮਨ ਨੂੰ। ਫਿਰ ਧਰਮ ਦਾ ਫੁੱਲ ਲੱਗਦਾ, ਫਿਰ ਸਮਾਂ ਪਾ ਕੇ ਗਿਆਨ ਦਾ ਫਲ ਪ੍ਰਾਪਤ ਹੁੰਦਾ, ਬ੍ਰਹਮ ਗਿਆਨ ਦਾ। ਇਸ ਪ੍ਰਕਾਰ ਜੋ ਨਾਮ ਖੇਤੀ ਬੀਜੋ ਭਾਈ ਮੀਤ, ਹਜ਼ੂਰ ਨੇ ਕਿਹਾ ਜਾਂ ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ। ਮਨ ਨੂੰ ਹਾਲੀ ਬਣਾਉਣਾ, ਸ਼ੁਭ ਕਰਨੀ, ਸ਼ੁਭ ਆਚਰਣ ਜਿਹੜਾ ਇਹ ਕਰਸਾਣੀ ਕਰਨੀ ਹੈ। ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਵਿਰਾਗ, ਸਰਮ ਮਿਹਨਤ ਵਿਰਾਗ ਦਾ ਪਾਣੀ, ਤਨ ਸਰੀਰ ਨੂੰ ਖੇਤ ਬਣਾਉਣਾ ਤੇ ਨਾਮ ਦਾ ਬੀਜ ਹਜ਼ੂਰ ਕਹਿੰਦੇ ਬੀਜੋ ਸੰਤੋਖ ਰੂਪੀ ਸੁਹਾਗਾ ਨੇ, ਤੇ ਕਾਂ ਚਿੜੀਆਂ ਬੀਜ ਨੂੰ ਚੁਗ ਜਾਣਗੇ। ਜਿਹੜੇ ਉਗਣ ਨੇ ਕਾਮ ਕ੍ਰੋਧ ਮੋਹ ਲੋਭ ਹੰਕਾਰ, ਇਹ ਕਾਂ ਚਿੜੀਆਂ ਦੀ ਨਿਆਈ ਇਹ ਚੁਗ ਜਾਣਗੇ ਦਾਣੇ, ਨਾਮ ਦਾ ਅੰਦਰ ਬੀਜ ਨਹੀਂ ਰਹਿਣ ਦੇਣਗੇ। ਸੰਤੋਖ ਦਾ ਸੁਹਾਗਾ, ਤ੍ਰਿਸ਼ਨਾ ਨੂੰ ਮਾਰ ਕੇ ਸੰਤੋਖ ਰੱਖਣਾ। ਰੱਖ ਗਰੀਬੀ ਵੇਸ, ਜਿਹੜਾ ਗਰੀਬੀ ਵੇਸ ਧਾਰਨਾ ਨਾ ਨਿਮਰਤਾ ਵਾਲਾ ਵੇਸ, ਇਹ ਰਖਵਾਲਾ ਇਸ ਖੇਤ ਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਨਾਮੋ ਬੀਜੇ ਨਾਮੋ ਜੰਮੈ, ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਨਾ ਭਾਈ, ਨਾਮ ਨੂੰ ਬੀਜਦਾ ਹੈ ਤੇ ਨਾਮ ਫਿਰ ਉਗਦਾ। ਜਿਸ ਵੇਲੇ ਨਾਮ ਉਗਦਾ ਹੈ ਤੇ ਫਿਰ ਬਹੁਤ ਜ਼ਿਆਦਾ ਬੀਜ ਭਾਵ ਉਗਣ ਤੋਂ ਬਾਅਦ ਫਿਰ ਦਰਖਤ ਬਣਦਾ। ਸੋ ਜਿਸ ਤਰ੍ਹਾਂ ਬੀਜ ਬੀਜਿਆ ਫਿਰ ਉਹ ਬੂਟਾ ਬਣਦਾ, ਫਿਰ ਉਹਨੂੰ ਕਿੰਨੇ ਸਾਰੇ ਬੀਜ ਲੱਗਦੇ ਨੇ, ਅੱਗੋਂ ਫਲ ਕਿੰਨੇ ਲੱਗਦੇ ਨੇ। ਇਸ ਪ੍ਰਕਾਰ ਹੀ ਸਾਰਾ ਕੁਝ ਉੱਥੇ ਆ ਜਾਂਦਾ ਜਦੋਂ ਨਾਮ ਜੰਮਦਾ ਉਗਦਾ। ਨਾਮੋ ਮਨ ਵਸਾਏ, ਇਸ ਨਾਮ ਨੂੰ ਮੰਨ ਕੇ ਨਾ ਨਿਸ਼ਚੇ ਕਰਕੇ ਤੇ ਮਨ ਵਿੱਚ ਗੁਰਮੁਖ ਪਿਆਰਾ ਵਸਾ ਲੈਂਦਾ ਹੈ। ਨਾਨਕ ਸੱਚ ਨਾਮ ਵਡਿਆਈ ਪੂਰਬ ਲਿਖਿਆ ਪਾਏ। ਹਜ਼ੂਰ ਫਰਮਾਉਂਦੇ ਨੇ
ਕਿ ਸੱਚੇ ਨਾਮ ਨਾਲ ਜੁੜ ਕੇ ਲੋਕ ਪਰਲੋਕ ਦੀ ਇੱਜ਼ਤ ਪ੍ਰਾਪਤ ਹੁੰਦੀ ਹੈ। ਪਰ ਇਹ ਦਾਤ ਪਾਉਂਦਾ ਉਹ ਹੈ ਪੂਰਬ ਲਿਖਿਆ ਪਾਏ। ਪੂਰਬਲੇ ਪਿਛਲੇ ਜਨਮਾਂ 'ਚ ਜਿਹੜੇ ਨਿਸ਼ਕਾਮ ਕਰਮਾਦਿਕ ਭਗਤੀ ਵਾਲੇ ਕੀਤੇ ਨੇ, ਉਹਨਾਂ ਦੇ ਪ੍ਰੇਰੇ ਹੋਏ ਵਾਹਿਗੁਰੂ ਨੇ ਉਹਨਾਂ ਕਰਮਾਂ ਦਾ ਫਲ ਦੇਣ ਵਾਸਤੇ ਉਹਦੇ ਮਸਤਕ 'ਤੇ ਲੇਖ ਲਿਖਿਆ ਹੈ। ਪੂਰਬ ਮਸਤਕ ਲਿਖੇ ਵਾਲਾ ਲੇਖ ਪੁਰਬ ਕਮਾਇਆ ਜੀ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਉਹ ਅੰਕੁਰ ਉਹੀ ਕਰਮਾਂ ਦੇ ਬੀਜ ਨੇ, ਉਹ ਫੁੱਟ ਪਏ ਤੇ ਫਿਰ ਪ੍ਰਾਪਤੀ ਹੋਈ। ਕਹਿੰਦੇ ਪੂਰਬ ਲਿਖਿਆ ਹੋਇਆ ਜਿਹੜਾ ਨਾ, ਉਹਦੇ ਅਨੁਸਾਰ ਇਹ ਸੱਚੇ ਨਾਮ ਦੀ ਦਾਤ ਕੋਈ ਪਾਉਂਦਾ। ਹਰ ਕਾ ਨਾਮ ਮੀਠਾ ਪਿਰਾ ਜੀਓ, ਹੇ ਮੇਰੇ ਪਿਆਰੇ ਮਨ, ਹਰੀ ਅਕਾਲ ਪੁਰਖ ਦਾ ਜੋ ਨਾਮ ਹੈ ਬਹੁਤ ਮਿੱਠਾ ਹੈ, ਬਹੁਤ ਪਿਆਰਾ ਹੈ। ਜਾਂ ਚਾਖੈ ਚਿਤ ਲਾਏ, ਪਰ ਤੂੰ ਚਿੱਤ ਲਾ ਕੇ ਚਖੇਂਗਾ ਫਿਰ ਹੀ ਮਿੱਠਾ ਲੱਗੇਗਾ ਨਾ। ਜੇ ਚਿੱਤ ਤੇਰਾ ਹੋਰ ਕਿਸੇ ਪਾਸੇ ਰਿਹਾ, ਤੇ ਜ਼ੁਬਾਨ ਤੋਂ ਵਾਹਿਗੁਰੂ ਵਾਹਿਗੁਰੂ ਬੋਲੀ ਗਿਆ, ਚਿੱਤ ਤੇਰਾ ਲੱਗਾ ਹੀ ਨਹੀਂ, ਫਿਰ ਇਹ ਮਿੱਠਾ ਨਹੀਂ ਲੱਗਣਾ। ਜਿਵੇਂ ਕਹਿੰਦੇ ਕਿਸੇ ਕੀੜੀ ਨੇ ਚੱਕ ਮਾਰਿਆ ਮਿਸ਼ਰੀ ਦੇ ਪਹਾੜ ਨੂੰ, ਤੇ ਦੂਸਰੀਆਂ ਕੀੜੀਆਂ ਨੂੰ ਆ ਕੇ ਦੱਸਿਆ ਵੀ ਤੁਸੀਂ ਖੁਰਾਕ ਵਾਸਤੇ ਕਿੱਧਰ ਦੌੜੀਆਂ ਫਿਰਦੀਆਂ, ਸਾਡੀ ਖੁਰਾਕ ਖਾਸ ਕਰਕੇ ਮਿੱਠਾ ਹੁੰਦਾ ਕੀੜੀਆਂ ਦੀ ਖੁਰਾਕ, ਤੇ ਆਓ ਮਿਸ਼ਰੀ ਦਾ ਪਹਾੜ ਆ, ਸਦਾ ਵਾਸਤੇ ਚੰਬੜੀਆਂ ਰਹੋ, ਕਿਧਰੇ ਭਟਕਣ ਦੀ ਲੋੜ ਨਹੀਂ। ਉਹ ਗਈਆਂ ਚੱਕ ਮਾਰਨ, ਪਰ ਸਵਾਦ ਨਾ ਆਏ। ਉਹ ਕਹਿੰਦੇ ਵੀ ਸਾਨੂੰ ਨਹੀਂ ਸਵਾਦ ਆਉਂਦਾ। ਉਹ ਕਹਿਣ ਲੱਗੀ ਵੀ ਵਿਖਾਓ ਆਪਣੇ ਮੂੰਹ, ਪਹਿਲਾਂ ਵਿਖਾਓ। ਉਹਨਾਂ ਦੇ ਮੂੰਹਾਂ ਵਿੱਚ ਲਿੱਦ ਦੇ ਡੱਕੇ ਫੜੇ ਹੋਏ ਸੀ। ਉਹ ਕਹਿਣ ਲੱਗੀ ਵੀ ਇਹ ਸਾਰੇ ਮੂੰਹਾਂ 'ਚ ਬਾਹਰ ਸੁੱਟੋ ਪਹਿਲਾਂ, ਫਿਰ ਧੋਵੋ ਜਲ ਦੇ ਨਾਲ ਆਪਣੇ ਮੂੰਹ ਸਾਫ਼ ਕਰੋ, ਫਿਰ ਚੱਕ ਮਾਰੋ। ਜਦੋਂ ਚਖੋਗੀਆਂ ਫਿਰ ਵੇਖਿਓ ਸਵਾਦ ਆਉਂਦਾ। ਫਿਰ ਉਹਨਾਂ ਨੂੰ ਸਵਾਦ ਆਇਆ, ਉਸ ਮਿਸ਼ਰੀ ਦੇ ਪਹਾੜ ਨਾਲ ਉਹ ਚੰਬੜ ਗਈਆਂ। ਇਸੇ ਪ੍ਰਕਾਰ ਜਦੋਂ ਤੱਕ ਸਾਡੇ ਮਨਾਂ ਦੇ ਅੰਦਰ ਵਾਸ਼ਨਾਵਾਂ ਹੀ ਐਸੀਆਂ ਰਸਾਂ ਕਸਾਂ ਭੋਗਾਂ ਪਦਾਰਥਾਂ ਵਿਕਾਰਾਂ ਦੀਆਂ, ਤੇ ਵਾਹਿਗੁਰੂ ਦੇ ਨਾਮ ਨਾਲ ਤੇ ਚੇਤੀ ਹੈ ਨਹੀਂ, ਲਾਲਸਾ ਹੀ ਹੈ ਨਹੀਂ, ਅੰਦਰ ਤੜਪ ਹੀ ਹੈ ਨਹੀਂ ਵੀ ਪ੍ਰਾਪਤ ਹੋਵੇ, ਫਿਰ ਮਿੱਠਾ ਕਿਵੇਂ ਲੱਗੇਗਾ। ਪਰ ਹਰ ਬਿਨ ਕਛੂ ਨ ਲਾਗੇ ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ ਕਰ ਨਿਰਨੋ ਡੀਠਾ। ਭਗਤ ਜੋ ਹਨ ਉਹਨਾਂ ਦੀ ਅਵਸਥਾ ਇਹ ਹੈ ਵੀ ਉਹਨਾਂ ਨੂੰ ਰੱਬ ਦੇ ਨਾਮ ਤੋਂ ਬਗੈਰ ਹੋਰ ਕੁਛ ਮਿੱਠਾ ਨਹੀਂ ਲੱਗਦਾ। ਸੋ ਹਜ਼ੂਰ ਇੱਥੇ ਫਰਮਾ ਰਹੇ ਨੇ ਕਿ ਭਾਈ ਹਰ ਕਾ ਨਾਮ ਮੀਠਾ ਪਿਰਾ ਜੀਓ, ਜਾਂ ਚਾਖਿਆ ਚਿਤ ਲਾਏ। ਜੇ ਚਿੱਤ ਲਾ ਕੇ ਚਖੇਗਾ ਤੇ ਮਿੱਠਾ ਹੀ ਲੱਗੇਗਾ। ਚਿੱਤ ਜੋੜ ਰਸਨਾ ਹਰ ਰਸ ਚਾਖ ਮੁਈਏ ਜੀਓ। ਯਈਆ ਹੈ ਮੰਮੇ ਨੂੰ ਉਂਕੜ ਤੇ ਯਈਏ ਨੂੰ ਲਾਂ ਲੱਗੀ ਹੋਈ ਹੈ, ਉਚਾਰਨ ਹੋਏਗਾ ਮੁਈਏ, ਮਰੀਏ ਹੋਈ ਹੈ। ਹੇ ਮੇਰੀ ਮਰੀ ਹੋਈ ਰਸਨਾ ਜੀਵ, ਹਰੀ ਅਕਾਲ ਪੁਰਖ ਦੇ ਨਾਮ ਰਸ ਨੂੰ ਚਖ। ਜਿਵੇਂ ਬਚਨ ਹਨ, ਹੇ ਜੇਬੇ ਹੇ ਰਸਗੇ ਮਧੁਰ ਪ੍ਰੇਤ। ਰਸਨਾ ਸਾਡੀ ਦੋ ਇੰਦਰੀਆਂ ਦਾ ਕੰਮ ਕਰਦੀ ਹੈ। ਜਦੋਂ ਇਹ ਬੋਲਦੀ ਹੈ ਤਾਂ ਇਹ ਕਰਮ ਇੰਦਰਾ ਹੈ, ਕਰਮ ਇੰਦਰੀ ਹੈ। ਤੇ ਜਦੋਂ ਇਹ ਪਦਾਰਥ ਨੂੰ ਚਖ ਕੇ ਤੇ ਮਨ ਦੇ ਤਾਈਂ ਤਾਰ ਦਿੰਦੀ ਹੈ ਵੀ ਇਹ ਮਿੱਠਾ ਹੈ, ਖੱਟਾ ਹੈ, ਚਟਪਟਾ, ਸਲੂਣਾ, ਕੌੜਾ, ਕਸੈਲਾ, ਕਿਹੜੇ ਰਸ ਦਾ, ਉਦੋਂ ਇਹਨੂੰ ਰਸਨਾ ਕਹਿੰਦੇ। ਰਸਗੇ ਰਸਾਂ ਦੀ ਗਿਆਤਾ। ਹੇ ਜੇਬੇ ਹੇ ਰਸਗੇ ਮਧੁਰ ਪ੍ਰੇਤ ਹੋਇਆ, ਤੈਨੂੰ ਮਿੱਠੇ ਪਦਾਰਥ ਬੜੇ ਪਿਆਰੇ ਲੱਗਦੇ ਨੇ। ਸਤ ਹਤੰ, ਜਿਹੜਾ ਸੱਚ ਸਰੂਪ ਪਰਮੇਸ਼ਰ ਦਾ ਸੱਚਾ ਨਾਮ ਹੈ ਨਾ, ਉਧਰੋਂ ਤੇਰੀ ਹੱਤਿਆ ਹੋਈ, ਮਰੀ ਹੋਈ ਹੈ। ਪਰਮ ਬਾਦੰ, ਤੇ ਹੋਰ ਭੈੜੀਆਂ ਗੱਲਾਂ ਬੋਲ ਬੋਲ ਕੇ ਬੜੇ ਬੜੇ ਵੱਡੇ ਬਾਦ ਝਗੜੇ ਬਖੇੜੇ ਤੂੰ ਗਲ ਪਾਏ ਹੋਏ ਨੇ। ਅਵਰਤ ਇੱਥੈ ਸੁਧ ਅਸ਼ਰਣ ਹੈ। ਇਸੇ ਮਾਤ ਲੋਕ ਤੇ ਆ ਕੇ ਤੈਨੂੰ ਪ੍ਰਾਪਤ ਹੋਣਾ ਚਾਹੀਦਾ ਸੀ ਵਾਹਿਗੁਰੂ ਦੇ ਸ਼ੁੱਧ ਅੱਖਰ ਨੂੰ, ਪਰਮਾਤਮਾ ਦੇ ਨਾਮ ਰੂਪੀ ਸ਼ੁੱਧ ਅੱਖਰ ਦੇ ਜਪਣ ਰੂਪ ਕਰਮ ਨੂੰ ਪ੍ਰਾਪਤ ਹੋਣਾ ਚਾਹੀਦਾ ਸੀ। ਭਾਵ ਵਾਹਿਗੁਰੂ ਦਾ ਨਾਮ ਇੱਥੇ ਤੈਨੂੰ ਜਪਣਾ ਚਾਹੀਦਾ ਸੀ, ਪ੍ਰਵਿਰਤ ਹੋਣਾ ਚਾਹੀਦਾ ਸੀ ਇੱਥੇ ਵਾਹਿਗੁਰੂ ਦੇ ਨਾਮ ਵਿੱਚ, ਪਰ ਤੂੰ ਤਾਂ ਮਰੀ ਹੋਈ ਹੈ। ਇੱਥੇ ਵੀ ਹਜ਼ੂਰ ਕਹਿੰਦੇ ਨੇ, ਹੇ ਰਸਨਾ, ਇਹ ਮੇਰੀ ਜੀਵ ਰਸਨਾ, ਰਸਾਂ ਦੀ ਗਿਆਤਾ, ਹੇ ਮਰੀਏ ਹੋਈਏ, ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚਖ ਲੈ। ਆਨ ਰਸ ਸਾਧ ਗਵਾਏ, ਹੋਰ ਨਾ ਰਸਾਂ ਕਸਾਂ ਦੇ ਸਵਾਦਾਂ ਨੂੰ ਆਪਣੇ ਵਿੱਚੋਂ ਗਵਾ ਦੇ। ਸਦਾ ਹਰ ਰਸ ਪਾਏ ਜਾਂ ਹਰ ਪਾਏ। ਜੇ ਹਰੀ ਨੂੰ ਭਾ ਜਾਏਗੀ ਤਾਂ ਸਦਾ ਵਾਸਤੇ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਕਰ ਲਵੇਂਗੀ। ਰਸਨਾ ਸ਼ਬਦ ਸੁਹਾਏ, ਜਿਹੜੀ ਇਹੋ ਜਿਹੀ ਰਸਨਾ ਨਾ ਉਹ ਗੁਰੂ ਦੇ ਸ਼ਬਦ ਵਿੱਚ ਰੰਗੀ ਹੋਈ, ਉਹ ਸੁਹਾਏ ਸ਼ੋਭਨੀਕ ਬਣ ਜਾਂਦੀ, ਉਹੋ ਹੀ ਸ਼ੋਭਾ ਪਾਉਂਦੀ ਹੈ। ਨਾਮ ਧਿਆਏ ਸਦਾ ਸੁਖ ਪਾਏ। ਜੋ ਰਸਨਾ ਵਾਹਿਗੁਰੂ ਦਾ ਨਾਮ ਧਿਆਉਂਦੀ ਸਿਮਰਦੀ ਹੈ, ਉਹ ਸਦਾ ਵਾਸਤੇ ਵਾਹਿਗੁਰੂ ਦੇ ਨਾਮ ਵਿੱਚੋਂ ਸੁਖ ਦੀ ਪ੍ਰਾਪਤੀ ਕਰਦੀ, ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਪਾ ਲੈਂਦੀ। ਮਤਲਬ ਜਿਹੜਾ ਜੀਵ ਰਸਨਾ ਨਾਲ ਪਰਮਾਤਮਾ ਦਾ ਨਾਮ ਧਿਆਉਂਦਾ, ਸਦਾ ਦਾ ਸੁਖ ਪਾਉਂਦਾ। ਨਾਮ ਰਹਿ ਲਿਵ ਲਾਏ,
ਫਿਰ ਉਹ ਨਾਮ ਵਿੱਚ ਹੀ ਸੁਰਤ ਨੂੰ ਜੋੜ ਕੇ ਜੀਵਨ ਗੁਜ਼ਾਰਦਾ, ਸੁਰਤੀ ਨੂੰ ਲਾ ਰੱਖਦਾ ਹੈ ਵਾਹਿਗੁਰੂ ਦੇ ਨਾਮ ਵਿੱਚ। ਨਾਮੇ ਉਪਜੈ ਨਾਮੇ ਬਿਨਸੈ, ਨਾਮੇ ਸੱਚ ਸਮਾਏ। ਨਾਮ ਦੁਆਰਾ ਹੀ ਉਪਜਦਾ ਅੰਦਰ ਗਿਆਨ, ਤੇ ਨਾਮ ਦੁਆਰਾ ਬਿਨਸਦਾ ਹੈ ਅੰਦਰੋਂ ਅਗਿਆਨ। ਬਿਨਸਦੇ ਹਨ ਵਿਕਾਰ। ਨਾਮੇ ਸੱਚ ਸਮਾਏ, ਤੇ ਨਾਮ ਦੁਆਰਾ ਹੀ ਸੱਚ ਸਰੂਪ ਪਰਮੇਸ਼ਰ ਵਿੱਚ ਸਮਾ ਜਾਂਦਾ ਹੈ। ਨਾਨਕ ਨਾਮ ਗੁਰਮਤੀ ਪਾਈ ਹੈ। ਸਤਿਗੁਰੂ ਦਾਤਾ ਜੀ ਕਹਿੰਦੇ ਨੇ ਇਹ ਜਿਹੜਾ ਨਾਮ ਹੈ ਨਾ ਵਾਹਿਗੁਰੂ ਦਾ, ਗੁਰੂ ਦੀ ਮੱਤ ਸਿੱਖਿਆ ਦੇ ਉੱਤੇ ਚੱਲਣ ਨਾਲ, ਗੁਰੂ ਦੇ ਮਤੀਏ ਗੁਰਮਤੀਏ ਬਣ ਕੇ ਪਾਈ ਦਾ ਪ੍ਰਾਪਤ ਕਰੀਦਾ ਹੈ। ਆਪੇ ਲਏ ਲਵਾਏ, ਆਪ ਹੀ ਪਰਮਾਤਮਾ ਲਵਾਏ ਲਾ ਲੈਂਦਾ ਹੈ। ਆਪੇ ਲੈ ਲਵਾਏ, ਆਪ ਹੀ ਲਵਾ ਭਾਵ ਲਾ ਲੈਂਦਾ ਆਪਣੇ ਨਾਮ ਨਾਲ ਬਖਸ਼ਿਸ਼ ਕਰਕੇ। ਆਪ ਹੀ ਗੁਰੂ ਦੇ ਚਰਨੀ ਲਾਉਂਦਾ ਹੈ ਤੇ ਗੁਰੂ ਪਾਸੋਂ ਫਿਰ ਨਾਮ ਦੀ ਪ੍ਰਾਪਤੀ ਕਰਵਾਉਂਦਾ ਹੈ। ਇਹ ਵਡਾਣੀ ਚਾਕਰੀ ਪਿਰਾ ਜੀਓ, ਧਨ ਛੋੜ ਪਰਦੇਸ ਸਦਾਏ। ਹੇ ਪਿਆਰੇ ਮਨ ਪਿਆਰੀ ਜਿੰਦ, ਜਿਵੇਂ ਇਹ ਚਾਕਰੀ ਵਡਾਣੀ ਜਿਹੜੀ ਬਗਾਨੀ ਹੁੰਦੀ ਹੈ ਤੇ ਧਨ ਇਸਤਰੀ ਨੂੰ ਛੱਡ ਕੇ ਜਿਹੜਾ ਪਤੀ ਪ੍ਰਦੇਸ਼ ਚਲਾ ਜਾਂਦਾ ਬਗਾਨੀ ਚਾਕਰੀ ਨੌਕਰੀ ਕਰਨ ਵਾਸਤੇ, ਇਸੇ ਤਰ੍ਹਾਂ ਦੂਜਾ ਕਿਨੇ ਸੁਖ ਨਾ ਪਾਇਓ ਪਿਰਾ ਜੀ। ਹੇ ਮੇਰੀ ਜਿੰਦੇ ਪਿਆਰੀ ਜਿੰਦੇ, ਜਿਹੜਾ ਵਾਹਿਗੁਰੂ ਨੂੰ ਛੱਡ ਕੇ ਤੇ ਹੋਰ ਦੇ ਨਾਲ ਚਿੱਤ ਜੋੜਨਾ ਭਾਵ ਮਾਇਆ ਨਾਲ ਦੁਐਤ ਭਾਵ ਵਿੱਚ ਕਿਸੇ ਨੇ ਸੁਖ ਦੀ ਪ੍ਰਾਪਤੀ ਨਹੀਂ ਕੀਤੀ। ਵਿਖਿਆ ਲੋਭ ਲੁਭਾਏ, ਜਿਹੜੀ ਵਿਖਿਆ ਮਾਇਆ ਹੈ ਇਹਦੇ ਲੋਭ ਵਿੱਚ ਲੁਭਾਏ ਮਨ ਹੋ ਕੇ, ਇਹਦੇ ਲਾਲਚ ਵਿੱਚ ਲਲਚਾ ਕੇ, ਲਾਲਸਾ 'ਚ ਲਲਕ ਵਿੱਚ ਲੱਗ ਕੇ ਕਿਸੇ ਨੇ ਸੁਖ ਨਹੀਂ ਪਾਇਆ। ਵਿਖਿਆ ਲੋਭ ਲੁਭਾਏ ਭਰਮ ਭੁਲਾਏ। ਹਾਂਜੀ, ਜਿਹੜੀ ਵਿਖਿਆ ਮਾਇਆ ਦੇ ਲੋਭ ਵਿੱਚ ਲੁਭਾਏ ਮਨ ਹੋ ਗਏ ਨਾ ਜੀਵ, ਉਹ ਭਰਮ ਵਿੱਚ ਪੈ ਕੇ ਭਟਕਣਾ 'ਚ ਪੈ ਕੇ ਭੁਲਾਏ ਗਏ, ਰਾਹੋਂ ਕੁਰਾਏ ਪੈ ਗਏ, ਖੁਆਰ ਹੋਏ। ਕਿਉਂ ਕਰ ਸੁਖ ਪਾਏ? ਉਹ ਕਿਉਂ ਕਰ ਸੁਖ ਪਾਏ? ਉਹ ਜਿਹੜਾ ਜੀਵ ਹੈ ਨਾ, ਜਿਹੜਾ ਭਰਮ ਦਾ ਭੁਲਾਇਆ ਹੋਇਆ, ਕਿਸ ਤਰ੍ਹਾਂ ਆਤਮਿਕ ਸੁਖ ਨੂੰ ਪ੍ਰਾਪਤ ਕਰ ਸਕਦਾ ਹੈ? ਚਾਕਰੀ ਵਿਡਾਣੀ ਖਰੀ ਦੁਖਾਲੀ, ਜਿਹੜੀ ਬਗਾਨੀ ਚਾਕਰੀ ਹੈ ਨਾ, ਮਾਇਆ ਬਗਾਨੀ ਹੈ ਤੇ ਇਹਦੀ ਚਾਕਰੀ ਕਰਨੀ, ਇਹਦੇ ਪੈਰੀਂ ਲੱਗੀ ਜਾਣਾ। ਠਾਕੁਰ ਛੋੜ ਦਾਸੀ ਕੋ ਸਿਮਰਹਿ ਮਨਮੁਖ ਅੰਧ ਅਗਿਆਨਾ। ਇਹ ਜਿਹੜੀ ਵਿਡਾਣੀ ਬਗਾਨੀ ਚਾਕਰੀ ਖਰੀ ਦੁਖਾਲੀ, ਬਹੁਤੀ ਹੀ ਦੁਖਦਾਈ ਹੈ। ਆਪ ਵੇਚ ਧਰਮ ਗਵਾਏ, ਆਪਣਾ ਆਪ ਹੀ ਬੰਦਾ ਵੇਚ ਦਿੰਦਾ ਮਾਇਆ ਵਿੱਚ, ਮਾਇਆ ਦੇ ਪਿੱਛੇ। ਤੇ ਜਿਹੜਾ ਆਪਣਾ ਫਰਜ਼ ਹੈ, ਧਰਮ ਹੈ, ਕਰਤੱਵ ਹੈ, ਜਿਸ ਵਾਸਤੇ ਦੁਨੀਆ ਤੇ ਆਇਆ, ਭਗਤੀ ਰੂਪ ਕਰਤੱਵ ਧਰਮ, ਇਹ ਧਰਮ ਗਵਾ ਹੀ ਲੈਂਦਾ ਹੈ। ਮਾਇਆ ਬੰਧਨ ਟਿਕੈ ਨਾਹੀ, ਮਾਇਆ ਦੇ ਬੰਧਨਾਂ 'ਚ ਬੱਝਿਆ ਹੋਇਆ, ਸੋ ਇਸ ਪ੍ਰਕਾਰ ਫਿਰ ਟਿਕਦਾ ਨੂੰ ਟਿਕਾ ਨਹੀਂ ਪ੍ਰਾਪਤ ਹੁੰਦਾ। ਖਿਨ ਖਿਨ ਦੁੱਖ ਸੰਤਾਏ, ਇੱਕ ਇੱਕ ਪਲ ਵਿੱਚ, ਇੱਕ ਇੱਕ ਖਿਨ ਵਿੱਚ ਜਿਹੜਾ ਅੰਦਰ ਦੁੱਖ ਹੈ, ਇਹ ਇਸ ਨੂੰ ਸੰਤਾਪ ਦਿੰਦਾ, ਸੰਤਾਏ ਕਲੇਸ਼ ਦਿੰਦਾ ਹੈ। ਨਾਨਕ ਮਾਇਆ ਕਾ ਦੁੱਖ ਤਦੇ ਚੁੱਕਾ, ਮਾਇਆ ਦੇ ਮੋਹ 'ਚ ਜਿਹੜਾ ਪੈ ਕੇ ਦੁੱਖ ਪ੍ਰਾਪਤ ਹੁੰਦਾ, ਇਹ ਹਜ਼ੂਰ ਕਹਿੰਦੇ ਤਾਂ ਹੀ ਦੂਰ ਹੁੰਦਾ, ਤਾਂ ਹੀ ਮਿਟਦਾ ਹੈ ਜਾਂ ਗੁਰ ਸ਼ਬਦੀ ਚਿੱਤ ਲਾਏ। ਜਦੋਂ ਗੁਰੂ ਦੇ ਸ਼ਬਦ ਉਪਦੇਸ਼ ਨਾਲ, ਗੁਰੂ ਦੀ ਸਿੱਖਿਆ ਨਾਲ, ਗੁਰੂ ਦੀ ਵਿਚਾਰ ਨਾਲ ਇਹ ਆਪਣਾ ਚਿੱਤ ਲਾ ਲਵੇ, ਤਾਂ ਇਹ ਦੁੱਖ ਮਾਇਆ ਕਰਕੇ ਜੋ ਦੁੱਖ ਪ੍ਰਾਪਤ ਹੋ ਰਿਹਾ ਦੂਰ ਹੋਵੇਗਾ। ਮਨਮੁਖ ਮੁਗਧ ਗਵਾਰ ਪਿਰਾ ਜੀਓ। ਹੇ ਪਿਆਰੀ ਜਿੰਦ, ਤੂੰ ਮਨਮੁਖਾਂ ਦੀ ਸੰਗਤ ਕਰਦੀ ਹੈ। ਜਿਹੜਾ ਮਨ ਦੇ ਪਿੱਛੇ ਲੱਗਣ ਵਾਲਾ ਹੈ ਉਹ ਮੁਗਧ ਮੂਰਖ ਹੈ। ਗੁਰੂ ਦੇ ਆਖੇ ਨਹੀਂ ਜੋ ਲੱਗਦਾ ਉਹ ਮੂਰਖ ਹੈ। ਤੇ ਗਵਾਰ, ਗਵਾਰ ਸ਼ਬਦ ਗਾਵ ਤੋਂ ਬਣਿਆ। ਗਾਵ ਨਾਮ ਪਿੰਡ ਦਾ ਹੈ। ਛੋਟੇ ਛੋਟੇ ਪਿੰਡ ਹੁੰਦੇ ਸੀ ਪੁਰਾਣੇ ਸਮਿਆਂ 'ਚ, ਤੇ ਜਿਹੜਾ ਪੇਂਡੂ ਲੋਕ ਸੀ ਉਹਨਾਂ ਨੂੰ ਗਵਾਰ ਕਿਹਾ ਜਾਂਦਾ ਸੀ। ਗਵਾਰ ਦਾ ਮਤਲਬ ਹੈ ਵੀ ਜਿਹੜਾ ਪਿੰਡ ਤੋਂ ਬਾਹਰ, ਜਿਸ ਨੂੰ ਕੋਈ ਹੋਰ ਗਿਆਨ ਹੀ ਨਹੀਂ, ਸਿਰਫ ਪਿੰਡ ਵਿੱਚ ਰਹਿੰਦਾ, ਹੋਰ ਦੁਨੀਆ ਦਾ ਕੋਈ ਗਿਆਨ ਨਹੀਂ, ਪਾਸੇ ਦਾ ਗਿਆਨ। ਇੱਥੋਂ ਸ਼ਬਦ ਬਣਿਆ ਗਵਾਰ, ਬੇਸਮਝ ਹੈ, ਜਿਹਦਾ ਗਿਆਨ ਬਹੁਤ ਥੋੜ੍ਹ ਵਿਤਾ ਹੈ, ਜਿਵੇਂ ਖੂਹ ਦਾ ਡੱਡੂ ਹੁੰਦਾ। ਤੇ ਇਸ ਪ੍ਰਕਾਰ ਉਹ ਖੂਹ ਦਾ ਡੱਡੂ ਉਸ ਖੂਹ ਨੂੰ ਹੀ ਬ੍ਰਹਿਮੰਡ ਸਮਝਦਾ ਹੈ। ਇਸੇ ਪ੍ਰਕਾਰ ਹੰਕਾਰ ਵੀ ਕਰੇ ਤੇ ਸਮਝ ਤੋਂ ਖਾਲੀ ਹੋਵੇ, ਉਹਨੂੰ ਗਵਾਰ ਕਹਿੰਦੇ ਨੇ। ਮਨ ਦੇ ਪਿੱਛੇ ਲੱਗਣ ਵਾਲਾ ਬੇਸਮਝ ਮੂਰਖ ਗਵਾਰ ਹੈ। ਸ਼ਬਦ ਮਨ ਨਾ ਵਸਾਏ, ਗੁਰੂ ਦੇ ਸ਼ਬਦ ਨੂੰ, ਗੁਰੂ ਦੇ ਮੰਤਰ ਨੂੰ, ਗੁਰਾਂ ਦੇ ਉਪਦੇਸ਼ ਨੂੰ ਮਨ 'ਚ ਨਹੀਂ ਵਸਾਉਂਦਾ ਹੈ। ਮਾਇਆ ਕਾ ਭਰਮ ਅੰਧ ਪਿਰਾ ਜੀਓ। ਹੇ ਪਿਆਰੇ ਮਨ ਪਿਆਰੀ ਜਿੰਦ, ਜਿਹੜਾ ਮਾਇਆ ਦਾ ਭਰਮ ਹੈ ਨਾ, ਪੜਦਾ, ਇਹ ਮਨੁੱਖ ਨੂੰ ਅੰਨ੍ਹਿਆ ਕਰ ਦਿੰਦਾ ਹੈ। ਇਹ ਅੰਧ ਹੈ, ਅੰਨਾ ਅਗਿਆਨ, ਜਿਵੇਂ ਅੰਧੇਰਾ ਹੈ। ਹਰ ਮਾਰਗ ਕਿਉਂ ਪਾਏ,
ਇੱਥੇ ਇੰਨਾ ਹੋਇਆ, ਮਨ ਕਿਉਂ ਹਰੀ ਪ੍ਰਮਾਤਮਾ ਦੀ ਪ੍ਰਾਪਤੀ ਵਾਲੇ ਮਾਰਗ ਨੂੰ ਪ੍ਰਾਪਤ ਕਰੇਗਾ। ਵਾਹਿਗੁਰੂ ਦੀ ਪ੍ਰਾਪਤੀ ਵਾਲਾ ਜਿਹੜਾ ਮਾਰਗ ਹੈ ਨਾ, ਰੱਬ ਦਾ ਮਾਰਗ ਰਸਤਾ, ਉਹਨੂੰ ਕਿਸ ਤਰ੍ਹਾਂ ਇਹ ਪ੍ਰਾਪਤ ਕਰ ਸਕਦਾ? ਭਾਵ ਨਹੀਂ ਕਰ ਸਕਦਾ। ਕਿਉਂ ਮਾਰਗ ਪਾਏ ਬਿਨ ਸਤਿਗੁਰ ਭਾਏ। ਸਤਿਗੁਰੂ ਦੇ ਭਾਣੇ ਵਿੱਚ ਚੱਲਣ ਤੋਂ ਬਗੈਰ, ਜਿਹੜਾ ਕੰਮ ਸਤਿਗੁਰੂ ਨੂੰ ਭਾਉਂਦਾ, ਉਹ ਕੰਮ ਕਰਨ ਤੋਂ ਬਗੈਰ ਕਿਸ ਤਰ੍ਹਾਂ ਇਹ ਮਾਰਗ ਪ੍ਰਾਪਤ ਕਰ ਸਕਦਾ? ਮਨਮੁਖ ਆਪ ਗਣਾਏ, ਕਿਉਂਕਿ ਸਤਿਗੁਰੂ ਦੀ ਸ਼ਰਨ ਜਿਹੜਾ ਨਹੀਂ ਪੈਂਦਾ ਉਹ ਮਨਮੁਖ ਹੈ, ਅਤੇ ਮਨਮੁਖਤਾਈ ਕਰਕੇ ਉਹ ਆਪਾ ਗਣਾਉਂਦਾ ਵੀ ਮੈਂ ਵੀ ਕੁਛ ਹਾਂ, ਮੈਂ ਬੜਾ ਸਿਆਣਾ, ਮੈਨੂੰ ਸਭ ਪਤਾ। ਹਰ ਕੇ ਚਾਕਰ ਸਦਾ ਸੁਹੇਲੇ। ਜਿਹੜੇ ਹਰੀ ਅਕਾਲ ਪੁਰਖ ਦੇ ਚਾਕਰ ਸੇਵਕ ਭਗਤ ਨੇ, ਉਹ ਸਦਾ ਵਾਸਤੇ ਸੁਹੇਲੇ, ਸੱਸੇ ਨੂੰ ਕੜਾ, ਸੁਹੇਲੇ ਮਤਲਬ ਸੁਖੀ ਨੇ। ਗੁਰ ਚਰਣੀ ਚਿੱਤ ਲਾਏ, ਉਹ ਸੁਖਾਲੇ ਰਹਿੰਦੇ ਹਨ, ਕਿਉਂਕਿ ਸਤਿਗੁਰੂ ਦੇ ਪਵਿੱਤਰ ਮੁਬਾਰਕ ਨਾਮ ਰੂਪ ਸ਼ਬਦ ਰੂਪੀ ਚਰਨਾਂ ਨਾਲ ਆਪਣਾ ਚਿੱਤ ਲਾ ਕੇ ਰੱਖਦੇ ਨੇ। ਜਿਸ ਨੂੰ ਹਰ ਜੀਓ ਕਰੇ ਕਿਰਪਾ, ਸਦਾ ਹਰ ਕੇ ਗੁਣ ਗਾਏ। ਮਹਾਰਾਜ ਕਹਿੰਦੇ ਨੇ, ਜਿਸ ਦੇ ਤਾਈਂ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਉਹ ਸਦਾ ਫਿਰ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਗਾਉਂਦਾ ਹੈ। ਨਾਨਕ ਨਾਮ ਰਤਨ ਜਗ ਲਾਹਾ, ਗੁਰਮੁਖ ਆਪ ਬੁਝਾਏ। ਹਜ਼ੂਰ ਫਰਮਾਉਂਦੇ ਸਤਿਗੁਰੂ ਅਮਰਦਾਸ ਕਿ ਭਾਈ ਵਾਹਿਗੁਰੂ ਦਾ ਜਿਹੜਾ ਨਾਮ ਹੈ, ਇਹ ਰਤਨ ਵਰਗਾ ਅਮੋਲਕ ਹੈ, ਅਤੇ ਰਤਨ ਵਰਗੇ ਅਮੋਲਕ ਨਾਮ ਨੂੰ ਜਪਣਾ, ਆਰਾਧਣਾ, ਇਸ ਜਗ ਸੰਸਾਰ 'ਤੇ ਰਹਿਣਾ, ਜਿਹੜਾ ਜੀਵਨ ਬਤੀਤ ਕਰਨਾ, ਇਹਦੇ ਵਿੱਚ ਇਹੋ ਹੀ ਵੱਡਾ ਲਾਹਾ ਹੈ। ਲਾਭ ਲਹਿਓ ਹਰ ਹਿਰਦੈ ਆਰਾਧੋ, ਛੁਟਕੈ ਆਵਣ ਜਾਣੀ। ਲਾਹਾ ਲਾਭ ਹਰ ਭਗਤ ਹੈ, ਹਰੀ ਦੀ ਭਗਤੀ ਦਾ ਹੀ ਲਾਭ ਹੈ ਮਨੁੱਖਾ ਜਨਮ ਵਿੱਚ। ਗੁਰਮੁਖ ਆਪ ਬੁਝਾਏ, ਜੋ ਗੁਰਾਂ ਦੇ ਸਨਮੁਖ ਹੋ ਜਾਂਦੇ ਨੇ, ਵਾਹਿਗੁਰੂ ਪਰਮਾਤਮਾ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ, ਆਪ ਬਖਸ਼ਿਸ਼ ਕਰਕੇ ਉਹਨਾਂ ਨੂੰ ਸਮਝਾ ਦਿੰਦਾ ਹੈ, ਅਤੇ ਉਹ ਇਸ ਜੱਗ ਵਿੱਚ ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨ ਦਾ ਲਾਭ ਖੱਟਦੇ ਨੇ। ਰਾਗ ਗੌੜੀ ਛੰਤ ਮਹੱਲਾ ਪੰਜਵਾਂ। ਹੁਣ ਗੌੜੀ ਰਾਗਣੀ ਅੰਦਰ ਗੁਰਦੇਵ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਛੰਤ ਆਰੰਭ ਹੋਏ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਪਰਮਾਤਮਾ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਇਹ ਬੀਜ ਰੂਪ ਮੰਗਲ ਉਚਾਰ ਕੇ ਫਰਮਾਉਂਦੇ ਨੇ ਕਿ ਮੇਰਾ ਮਨ ਬੈਰਾਗ ਭਇਆ ਜੀਓ, ਕਿਉਂ ਦੇਖਾ ਪ੍ਰਭ ਦਾਤੇ। ਬੈਰਾਗ ਸੰਸਾਰ ਦੇ ਮੋਹ ਤੋਂ ਰਹਿਤ, ਸੰਸਾਰ ਵੱਲੋਂ ਬਿਰਤੀ ਹਟ ਜਾਣੀ, ਉਦਾਸੀਨਤਾ ਛਾ ਜਾਣੀ, ਵਿਆਕੁਲਤਾ ਹੋ ਜਾਣੀ, ਅਤੇ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਹੋਣੀ, ਉਤਕੰਠਾ ਮੇਰੇ ਮਨ ਦੇ ਅੰਦਰ ਭਾਈ ਇਹ ਬੈਰਾਗ ਬਿਰਹਾ ਪੈਦਾ ਹੋਇਆ ਹੈ। ਅਤੇ ਦੱਸੋ ਮੈਨੂੰ ਮੈਂ ਕਿਸ ਤਰ੍ਹਾਂ ਪ੍ਰਭੂ ਦਾਤੇ ਅਕਾਲ ਪੁਰਖ ਦਾ ਦਰਸ਼ਨ ਕਰਾਂ। ਮੇਰੇ ਮੀਤ ਸਖਾ ਹਰ ਜੀਓ, ਗੁਰਪੁਰਖ ਵਿਧਾਤੇ। ਹੇ ਹਰੀ ਜੀ, ਮੇਰੇ ਮਿੱਤਰ ਅਤੇ ਸਖਾ ਤੁਸੀਂ ਹੋ। ਮਿੱਤਰ ਸਖਾ ਸਾਥੀ ਹੋ, ਗੁਰ ਬਹੁਤ ਵੱਡੇ ਹੋ, ਸਭ ਤੋਂ ਵੱਡੇ ਹੋ, ਪੁਰਖ ਪੂਰਨ ਹੋ, ਵਿਧਾਤੇ ਫਲ ਪ੍ਰਦਾਤੇ ਹੋ। ਕਰਮਾਂ ਅਨੁਸਾਰ ਲੇਖ ਲਿਖਣ ਵਾਲੇ, ਕਰਮਾਂ ਦਾ ਫਲ ਭੁਗਤਾਉਣ ਵਾਲੇ ਤੁਸੀਂ ਹੋ। ਤੁਸੀਂ ਹੀ ਗੁਰੂ ਸਰੂਪ ਹੋ। ਅਥਵਾ ਹੈ ਸਤਿਗੁਰੂ ਮਹਾਰਾਜ, ਤੁਸੀਂ ਮੇਰੇ ਲੋਕ ਪਰਲੋਕ ਦੇ ਮਿੱਤਰ ਅਤੇ ਸਖਾ ਸਾਥੀ ਹੋ, ਹਰੀ ਦਾ ਸਰੂਪ ਹੋ, ਪੂਰਨ ਵਿਧਾਤੇ ਹੋ, ਸੱਚੇ ਪਾਤਸ਼ਾਹ ਅਕਾਲ ਪੁਰਖ ਸਰੂਪ ਹੀ ਹੋ। ਪੁਰਖ ਹੋ ਵਿਧਾਤਾ ਏਕ ਸ੍ਰੀ ਧਰ। ਇੱਕੋ ਇੱਕ ਤੁਸੀਂ ਪੂਰਨ ਵਿਆਪਕ ਅਤੇ ਵਿਧਾਤਾ ਫਲ ਪ੍ਰਦਾਤਾ ਸ਼੍ਰੀ ਧਰ, ਲక్ష్ਮੀ ਨੂੰ ਧਾਰਨ ਵਾਲੇ, ਜਾਣੀ ਲక్ష్ਮੀ ਦੇ ਪਤੀ। ਕਿਉਂ ਮਿਲਿਆ ਹੈ ਤੁਝੈ ਉਡੀਣੀਆਂ। ਉਡੀਣੀਆਂ ਜਿਹੜੀ ਉਦਾਸ ਹੈ ਸੰਸਾਰ ਵੱਲੋਂ, ਵਿਆਕੁਲ ਹੈ, ਦੁਖੀ ਹੈ ਜੀਵ ਰੂਪ ਇਸਤਰੀ, ਉਹ ਮਹਾਰਾਜ ਤੁਹਾਨੂੰ ਕਿਸ ਤਰ੍ਹਾਂ ਮਿਲ ਸਕਦੀ ਹੈ। ਕਰ ਕਰ ਹੈ ਸੇਵਾ ਸੀਸ ਚਰਣੀ। ਕਰ ਹੱਥਾਂ ਨਾਲ ਜੋ ਕਰੇ ਸੇਵਾ, ਕਰਦੀਆਂ ਹਨ ਸੇਵਾ, ਅਤੇ ਆਪਣਾ ਸੀਸ ਚਰਨਾਂ ਵਿੱਚ ਝੁਕਾ ਕੇ ਰੱਖਦੀਆਂ ਹਨ। ਮਨ ਆਸ ਦਰਸ ਨਿਮਾਣੀਆਂ, ਅਤੇ ਮਨ ਅੰਦਰ ਨਿਮਾਣੀਆਂ ਹੋ ਕੇ ਦਰਸ਼ਨਾਂ ਦੀ ਆਸ ਰੱਖਦੀਆਂ ਹਨ, ਉਹਨਾਂ ਨੂੰ ਪ੍ਰਾਪਤੀ ਹੋਵੇਗੀ। ਸਾਸ ਸਾਸ ਨਾ ਘੜੀ ਵਿਸਰੈ, ਪਲ ਮੂਰਤ ਦਿਨ ਰਾਤੇ। ਹਰ ਇੱਕ ਆਉਂਦੇ ਜਾਂਦੇ ਸਾਹ ਨਾਲ, ਇੱਕ ਇੱਕ ਸਵਾਸ ਨਾਲ, ਹਰ ਘੜੀ, ਇੱਕ ਘੜੀ ਵੀ ਨਹੀਂ ਵਿਸਰਦੇ ਹੋ ਜਿਨ੍ਹਾਂ ਨੂੰ, ਇੱਕ ਪਲ ਵੀ ਨਹੀਂ ਵਿਸਰਦੇ ਹੋ, 2 ਘੜੀਆਂ ਦਾ ਸਮਾਂ ਮਹੂਰਤ ਭਰ ਵੀ ਨਹੀਂ ਵਿਸਰਦੇ ਹੋ, ਦਿਨ ਤੇ ਰਾਤ ਵੀ ਤੁਸੀਂ ਜਿਨ੍ਹਾਂ ਨੂੰ ਨਹੀਂ ਵਿਸਰਦੇ ਹੋ। ਨਾਨਕ ਸਾਰੰਗ ਜਿਉ ਪਿਆਸੇ, ਕਿਉਂ ਮਿਲੀ ਹੈ ਪ੍ਰਭ ਦਿਆਤੇ। ਇਹ ਸੱਚੇ ਪਾਤਸ਼ਾਹ, ਉਹ ਤੇ ਇੰਜ ਨੇ ਜਿਵੇਂ ਸਾਰੰਗ ਪਪੀਹਾ ਪਿਆਸਾ ਹੁੰਦਾ ਨਾ ਸਵਾਂਤੀ ਬੂੰਦ ਦਾ, ਅਤੇ ਤਾਂ ਤੁਸੀਂ ਮਿਲਦੇ ਹੋ। ਪਰ ਮੇਰੀ ਇੱਛਾ, ਮੈਂ ਪ੍ਰਸ਼ਨ ਕਰਦੀ, ਬੇਨਤੀ ਕਰਦੀ ਹਾਂ ਕਿ ਮੈਂ ਵਿਲਕਦੀ ਹਾਂ, ਕਿਉਂ ਮਿਲੀ ਹੈ ਪ੍ਰਭ ਦਾਤੇ। ਹੇ ਪ੍ਰਭੂ ਦਾਤੇ ਜੀ, ਕਿਵੇਂ ਤੁਹਾਨੂੰ ਮਿਲਿਆ ਜਾ ਸਕਦਾ?
ਇੱਕ ਬਿਨੋ ਕਰੋ ਜੀਓ ਸੁਣ ਕੰਤ ਪਿਆਰੇ। ਹੇ ਪਿਆਰੇ ਕੰਤ ਪਤੀ ਰੂਪ ਜੀ, ਸੁਣੋ ਬੇਨਤੀ। ਮੈਂ ਇੱਕ ਬੇਨਤੀ ਕਰਦੀ ਹਾਂ ਆਪ ਜੀ ਦੇ ਚਰਨਾਂ 'ਚ। ਮੇਰਾ ਮਨ ਤਨ ਮੋਹ ਲਿਆ ਜੀਓ, ਦੇਖ ਚਲਤ ਤੁਮਾਰੇ। ਤੁਹਾਡੇ ਚਲਿੱਤਰ ਕੌਤਕ ਵੇਖ ਕਰਕੇ ਸੱਚੇ ਪਾਤਸ਼ਾਹ ਮੇਰਾ ਮਨ ਵੀ ਮੇਰਾ ਤਨ ਵੀ ਮੋਹ ਲਿਆ ਹੈ ਆਪ ਜੀ ਨੇ। ਤੁਹਾਡੇ ਕੌਤਕਾਂ ਨੇ, ਤੁਹਾਡੇ ਚਲਿੱਤਰਾਂ ਨੇ ਸੱਚੇ ਪਾਤਸ਼ਾਹ ਮੇਰਾ ਮਨ ਵੀ ਤੇ ਮੇਰਾ ਤਨ ਵੀ ਮੋਹਿਤ ਕਰ ਲਿਆ ਹੈ। ਚਲਤਾ ਤੁਮਾਰੇ ਦੇਖ ਮੋਹੀ। ਤੁਹਾਡੇ ਕੌਤਕਾਂ ਨੂੰ ਵੇਖ ਵੇਖ ਕੇ ਸੱਚੇ ਪਾਤਸ਼ਾਹ ਮੇਰੀ ਚਿੱਤ ਬਿਰਤੀ ਜਿਹੜੀ ਮੋਹੀ ਗਈ ਹੈ। ਉਦਾਸ ਧਨ ਕਿਉਂ ਧੀਰੇ। ਇਸ ਸੰਸਾਰ ਵੱਲੋਂ ਉਪਰਾਮ ਹੋਈ ਧਨ ਜੀਵ ਰੂਪ ਇਸਤਰੀ ਕਿਵੇਂ ਧੀਰਜ ਧਾਰਨ ਕਰ ਸਕਦੀ ਹੈ। ਗੁਣਵੰਤ ਨਾਹ ਦਇਆਲ ਬਾਲਾ। ਤੁਸੀਂ ਸੌ ਗੁਣਾਂ ਦੇ ਵਾਲੇ, ਗੁਣਾਂ ਦੇ ਮਾਲਕ। ਨਾਹ ਪਤੀ, ਦਇਆਲ ਦਇਆ ਦੇ ਘਰ, ਬਾਲਾ ਸਦਾ ਨੌਜਵਾਨ ਅਵਸਥਾ ਦੇ ਰਹਿਣ ਵਾਲੇ, ਸਦਾ ਨਵੀਨ, ਸਰਬ ਗੁਣ ਭਰਪੂਰ ਹੈ। ਸਾਰਿਆਂ ਗੁਣਾਂ ਕਰਕੇ ਤੁਸੀਂ ਭਰਪੂਰ ਹੋ ਸੱਚੇ ਪਾਤਸ਼ਾਹ। ਕੋਈ ਗੁਣ ਵੀ ਐਸਾ ਨਹੀਂ ਜੋ ਤੁਹਾਡੇ 'ਚ ਨਾ ਹੋਵੇ। ਫਿਰ ਦੋਸ਼ ਨਾਹੀ ਸੁਖੈ ਦਾਤੇ। ਵਿਛੋੜਾ ਕਿਉਂ ਪਿਆ ਹੋਇਆ। ਕਹਿੰਦੇ ਹੇ ਪਿਰ ਪਤੀ ਜੀ, ਤੁਸੀਂ ਤੇ ਸੁੱਖਾਂ ਦੇ ਦਾਤੇ ਹੋ, ਮੈਂ ਤੁਹਾਨੂੰ ਦੋਸ਼ ਨਹੀਂ ਦੇ ਸਕਦੀ। ਤੈ ਸਹਿ ਮਨ ਮੈਂ ਕੀਆ ਰੋਸ, ਮੁਝੇ ਅਵਗੁਣ ਸਹਿ ਨਾਹੀਂ। ਤੁਸੀਂ ਮਹਾਰਾਜ ਗੁੱਸਾ ਕੀਤਾ ਇਹਦੇ ਵੀ ਮੇਰਾ ਹੀ ਦੋਸ਼ ਹੈ, ਤੁਹਾਨੂੰ ਤੇ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਹਉ ਵਿਛੜੀ ਬੁਰਿਆਰੇ, ਮੈਂ ਬੁਰਿਆਰ ਹਾਂ। ਬੁਰਾਈਆਂ ਕਰਨ ਵਾਲੀ ਤਾਂ ਤੁਹਾਥੋਂ ਵਿਛੜੀ ਹੋਈਆਂ ਜੀ। ਬਿਨਵੰਤ ਨਾਨਕ ਦਇਆ ਧਾਰੋ, ਘਰ ਆਵੋ ਨਾਹ ਪਿਆਰੇ। ਬੇਨਤੀ ਕਰਦੀ ਹਾਂ ਵਾਹਿਗੁਰੂ ਜੀ, ਦਇਆ ਦ੍ਰਿਸ਼ਟੀ ਧਾਰਨ ਕਰੋ ਤੇ ਮੇਰੇ ਹਿਰਦੇ ਰੂਪੀ ਘਰ ਵਿੱਚ ਮੇਰੇ ਪਤੀ ਪਿਆਰੇ ਜੀ ਆਓ। ਹਉ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ। ਮੈਂ ਆਪਣਾ ਮਨ ਵੀ ਅਰਪਣ ਕਰਦੀ ਹਾਂ, ਮੈਂ ਆਪਣਾ ਤਨ ਸਰੀਰ ਵੀ ਅਰਪਣ ਕਰਦੀ ਹਾਂ ਤੇ ਅਰਪਦੀ ਹਾਂ ਸਾਰਾ ਦੇਸ਼, ਇੰਦਰੀਆਂ ਰੂਪੀ ਦੇਸ਼, ਸਾਰਾ ਦੇਸ਼ਾ, ਇਹ ਦੇਸ਼ ਵੀ ਤੁਹਾਨੂੰ ਅਰਪਣ ਕਰਦੀ ਹਾਂ। ਹਉ ਸਿਰ ਅਰਪੀ ਤੇ ਸੰਬੀਤ ਪਿਆਰੇ। ਤਿਸ ਆਪ ਜੀ ਪਿਆਰੇ ਮਿੱਤਰ ਦੇ ਅੱਗੇ ਤਾਂ ਮੈਂ ਆਪਣਾ ਸਿਰ ਵੀ ਅਰਪਣ ਕਰਦੀ ਹਾਂ, ਪਰ ਉਸ ਮਿੱਤਰ ਪਿਆਰੇ ਅੱਗੇ, ਗੁਰੂ ਸਾਹਿਬ ਰੂਪੀ ਮਿੱਤਰ ਪਿਆਰੇ ਅੱਗੇ ਸਿਰ ਅਰਪਣ ਕਰਦੀ ਹਾਂ ਜੋ ਪ੍ਰਭ ਦੇ ਸੰਦੇਸ਼ਾ, ਜੋ ਪ੍ਰਭੂ ਅਕਾਲ ਪੁਰਖ ਦੇ ਮਿਲਾਪ ਦਾ ਸੁਨੇਹਾ ਦੱਸੇ, ਮੈਨੂੰ ਦੱਸ ਦਵੇ, ਉਪਦੇਸ਼ ਦੇ ਦਵੇ, ਰਾਹ ਦੱਸ ਦੇ, ਵਿਖਾ ਦੇ। ਅਰਪਿਆ ਤਾਂ ਸੀਸ ਸੁਥਾਨ ਗੁਰ ਪਹਿ। ਸੁਥਾਨ ਸਤ ਸੰਗਤ ਰੂਪੀ ਸਥਾਨ ਤੇ ਜਾ ਕੇ, ਸ੍ਰੇਸ਼ਟ ਥਾਂ ਤੇ ਜਾ ਕੇ ਜਿਨ੍ਹਾਂ ਨੇ ਅਰਪ ਦਿੱਤਾ ਆਪਣਾ ਸੀਸ ਗੁਰੂ ਮਹਾਰਾਜ ਦੇ ਪਾਸ, ਸੰਗ ਪ੍ਰਭੂ ਦਿਖਾਇਆ, ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਪ੍ਰਭੂ ਨਾਲ ਵਸਦਾ ਹੀ ਵਿਖਾ ਦਿੱਤਾ ਹੈ। ਖਿਨ ਮਾਹੇ ਸਗਲਾ ਦੁੱਖ ਮਿਟਿਆ। ਉਹਨਾਂ ਦਾ ਸਾਰਾ ਦੁੱਖ ਇੱਕ ਖਿਨ ਵਿੱਚ ਹੀ ਮਿਟ ਗਿਆ। ਮਨੋਂ ਚਿੰਦਿਆ ਪਾਇਆ। ਮਨ ਚਿੰਦਿਆ ਦਾ ਮਤਲਬ ਹੈ ਮਨ ਇੱਛਿਆ ਹੋਇਆ। ਜੋ ਮਨ ਵਿੱਚ ਚਿਤਵਨੀ ਕੀਤੀ ਸੀ ਉਹ ਫਲ ਪ੍ਰਾਪਤ ਕਰ ਲਿਆ। ਦਿਨ ਰਹਿਣ ਰਲੀਆ ਕਰੈ ਕਾਮਣ, ਮਿਟੇ ਸਗਲ ਅੰਦੇਸਾ। ਉਹ ਕਾਮਣ ਜੀਵ ਰੂਪ ਇਸਤਰੀ, ਮਹਾਤਮਾ ਰੂਪ ਸਖੀ ਦਿਨੇ ਰਾਤ ਵਾਹਿਗੁਰੂ ਪਰਮਾਤਮਾ ਨਾਲ ਰਲੀਆਂ ਕਰਦੀ ਹੈ। ਰਲੀਆਂ ਮਤਲਬ ਖੁਸ਼ੀਆਂ ਮਾਣਦੀ ਹੈ ਵਾਹਿਗੁਰੂ ਦੀ ਅਭੇਦਤਾ ਦੀਆਂ। ਮਿਟੇ ਸਗਲ ਅੰਦੇਸਾ, ਉਹਦੇ ਸਾਰੇ ਅੰਦੇਸ਼ੇ ਮਿਟ ਚੁੱਕੇ ਹਨ। ਬਿਨਵੰਤ ਨਾਨਕ ਕੰਤ ਮਿਲਿਆ, ਲੋੜ ਤੇ ਹਮ ਜੈਸਾ। ਸੋ ਸਤਿਗੁਰੂ ਜੀ ਕਹਿੰਦੇ ਬੇਨਤੀ ਕਰਦੇ ਹਾਂ ਕਿ ਜਿਹੋ ਜਿਹਾ ਕੰਤ ਪਤੀ ਅਸੀਂ ਲੋੜਦੇ ਸੀ ਨਾ, ਜਿਹੋ ਜਿਹਾ ਵਾਹਿਗੁਰੂ ਪਤੀ ਰੂਪ ਵਿੱਚ ਅਸੀਂ ਚਾਹੁੰਦੇ ਸੀ ਪਰਮਾਤਮਾ ਨੂੰ, ਉਹ ਕੰਤ ਐਸਾ ਵਾਹਿਗੁਰੂ ਪਤੀ ਰੂਪ 'ਚ ਸਾਨੂੰ ਮਿਲ ਪਿਆ ਹੈ। ਮੇਰਾ ਮਨ ਆਨੰਦ ਭਇਆ ਜੀ, ਉਹ ਵਜੀ ਵਧਾਈ। ਹੇ ਭਾਈ, ਮੇਰੇ ਮਨ ਅੰਦਰ ਆਨੰਦ ਛਾ ਗਿਆ ਹੈ ਤੇ ਮੁਬਾਰਕਬਾਦਾਂ ਮਿਲ ਰਹੀਆਂ ਹਨ, ਵਧਾਈਆਂ ਵੱਜ ਰਹੀਆਂ ਹਨ। ਘਰ ਲਾ ਲਿਆਇਆ ਪਿਆਰਾ ਸਭ ਤਿਖਾ ਬੁਝਾਈ। ਹਿਰਦੇ ਰੂਪੀ ਘਰ ਦੇ ਅੰਦਰ ਪਿਆਰਾ ਪ੍ਰਭੂ ਲਾਲ ਜੋ ਅਤ ਪਿਆਰਾ ਵਾਹਿਗੁਰੂ ਹੈ ਉਹ ਆ ਗਿਆ ਹੈ। ਸਭ ਤਿਖਾ ਬੁਝਾਈ। ਹੁਣ ਸਾਰੀਆਂ ਤਿਆਂ ਬੁਝਾ ਦਿੱਤੀਆਂ, ਤ੍ਰਿਸ਼ਨਾਵਾਂ ਬੁਝਾ ਦਿੱਤੀਆਂ, ਕੋਈ ਭੁੱਖ ਨਹੀਂ ਰਹਿ ਗਈ। ਮਿਲਿਆ ਤਾਂ ਲਾਲ ਗੋਪਾਲ ਠਾਕੁਰ। ਮਿਲਿਆ ਹੈ ਉਹ ਪਿਆਰਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਠਾਕੁਰ ਮਾਲਕ ਅਕਾਲ ਪੁਰਖ। ਸਖੀ ਮੰਗਲ ਗਾਇਆ। ਤਾਂ ਹੁਣ ਸਖੀਆਂ ਨੇ ਮੇਰੇ ਘਰ 'ਚ ਆ ਕੇ, ਸਹੇਲੀਆਂ ਨੇ ਮੰਗਲ ਖੁਸ਼ੀ ਦੇ ਗੀਤ ਗਾਏ। ਸਖੀਆਂ ਇੰਦਰੀਆਂ ਨੇ ਪਰਮਾਤਮਾ ਦਾ ਮੰਗਲ ਜਸਰੂ ਮੰਗਲ ਗਾਇਆ। ਸਭ ਮੀਤ ਬੰਧਪ ਹਰਖ ਉਪਜਿਆ, ਦੂਧ ਥਾਉ ਗਵਾਇਆ। ਸਾਰੇ ਮਿੱਤਰ ਤੇ ਬੰਧਪ ਸੰਬੰਧੀਆਂ ਨੂੰ ਹਰਖ ਖੁਸ਼ੀ ਉਤਪੰਨ ਹੋਈ ਹੈ। ਜਿਹੜਾ ਮਨ ਮਿੱਤਰ ਸੀ, ਬੰਧਪ ਸੰਬੰਧੀ ਇੰਦਰੇ ਸਨ, ਸਾਰਿਆਂ ਨੂੰ ਹਰਖ ਖੁਸ਼ੀ ਉਪਜੀ ਹੈ। ਦੂਤ ਥਾਉ ਗਵਾਇਆ। ਜਿਹੜੇ ਦੂਤ ਸੀ ਨਾ, ਵੈਰੀ ਕਾਮ ਕ੍ਰੋਧ ਮੋਹ ਹੰਕਾਰ, ਉਹਨਾਂ ਦੇ ਵਸਣ ਦਾ ਥਾਂ ਹੀ ਨਹੀਂ ਰਹਿ ਗਿਆ, ਗਵਾ ਹੀ ਦਿੱਤਾ।
ਅਨਹਤ ਵਾਜੇ ਵੱਜੈ ਘਰ ਮੈਂ। ਹਿਰਦੇ ਰੂਪੀ ਘਰ ਦੇ ਅੰਦਰ ਇੱਕ ਰਸ ਨਿਰਯਤਨ ਵਾਹਿਗੁਰੂ ਦੇ ਨਾਮ ਦੇ ਵਾਜੇ ਵੱਜ ਰਹੇ ਹਨ। ਫਿਰ ਸੰਗ ਸੇਜ ਵਿਛਾਈ, ਤੇ ਮੈਂ ਜੀਵ ਰੂਪ ਇਸਤਰੀ ਨੇ ਫਿਰ ਪਰਮਾਤਮਾ ਦੇ ਸੰਗ ਸਾਥ ਬਿਰਾਜਣ ਵਾਸਤੇ ਹਿਰਦੇ ਰੂਪੀ ਛੇਜ ਨੂੰ ਵਿਛਾਇਆ ਹੈ। ਪਰਮਾਤਮਾ ਨਾਲ ਹੀ ਹੈ ਤੇ ਹਿਰਦੇ ਰੂਪੀ ਛੇਜ ਵਿਛੀ ਹੋਈ ਹੈ। ਏਕਾ ਸੇਜ ਵਿਛੀ ਧਨ ਕੰਤਾ, ਬਿਨਵੰਤ ਨਾਨਕ ਸਹਿਜ ਰਹਿ, ਹਰ ਮਿਲਿਆ ਕੰਤ ਸੁਖਦਾਈ। ਸਤਿਗੁਰੂ ਅਮਰਦਾਸ ਮਹਾਰਾਜ ਸ਼ੰਤ ਸੰਪੂਰਨ ਕਰ ਰਹੇ ਨੇ ਕਿ ਹਰੀ ਅਕਾਲ ਪੁਰਖ ਜੋ ਕੰਤ ਪਤੀ ਰੂਪ ਵਿੱਚ ਸੁਖਦਾਈ, ਸੁੱਖਾਂ ਦਾ ਦਾਤਾ ਮਿਲ ਪਿਆ ਹੈ, ਹੁਣ ਹਮੇਸ਼ਾ ਹਿਰਦੇ ਦੇ ਅੰਦਰ ਸਹਿਜ ਬਣਿਆ ਰਹਿੰਦਾ। ਮਾਨਸਿਕ ਅਡੋਲਤਾ ਵਿੱਚ ਅਸੀਂ ਵਸਦੇ ਹਾਂ। ਜਿਹਨੂੰ ਕੰਤ ਸੁਖਦਾਈ ਪ੍ਰਮਾਤਮਾ ਮਿਲ ਪਿਆ ਹੈ, ਉਹ ਜੀਵ ਰੂਪ ਇਸਤਰੀ ਮਹਾਤਮਾ ਰੂਪ ਸਖੀ ਹਮੇਸ਼ਾ ਸਹਿਜ ਦੇ ਵਿੱਚ, ਮਾਨਸਿਕ ਅਡੋਲਤਾ ਵਿੱਚ, ਗਿਆਨ ਅਵਸਥਾ ਵਿੱਚ ਹੀ ਜੀਵਨ ਗੁਜ਼ਾਰਦੀ ਹੈ। ਇੱਥੋਂ ਤੱਕ ਸਤਿਗੁਰੂ ਮਹਾਰਾਜ ਜੀ ਦੇ ਮੁਬਾਰਕ ਵਚਨ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ੰਤ ਚੱਲ ਰਹੇ ਹਨ। ਤੇ ਇੱਥੋਂ ਤੱਕ ਹਜੂਰ ਦੇ ਮੁਬਾਰਕ ਵਚਨ, ਇਹ ਪਹਿਲਾ ਹੀ ਸ਼ੰਤ ਹੈ ਗੁਰੂ ਅਰਜਨ ਦੇਵ ਜੀ ਦਾ। ਪਿੱਛੇ ਤੀਜੇ ਪਾਤਸ਼ਾਹ ਦੇ ਸ਼ੰਤ ਸੰਪੂਰਨ ਹੋਏ ਨੇ, ਹੁਣ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਸ਼ੰਤ ਸ਼ੁਰੂ ਹੋਏ। ਪਹਿਲਾ ਸ਼ੰਤ ਹੈ ਜੋ ਵਿਚਾਰਿਆ ਗਿਆ। 248 ਅੰਗ ਤੱਕ ਕਥਾ ਪਹੁੰਚ ਗਈ ਹੈ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।